ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਸਤਿਗੁਰੂ ਸਾਹਿਬ, ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗਰੀਬ ਨਿਵਾਜ ਮਹਾਰਾਜ ਜੀ ਦੇ ਜੀਵਨ ਦੇ ਬੇਅੰਤ ਕੌਤਕ, ਅਵਤਾਰ, ਬਚਪਨ, ਵਿਆਹ, ਆਨੰਦ ਕਾਰਜ, ਸਾਹਿਬਜ਼ਾਦਿਆਂ ਦਾ ਜਨਮ, ਕਸ਼ਮੀਰ ਔਰ ਇਧਰ ਨਾਨਕ ਮਤਾ ਇਤਿਆਦਿਕ ਦੀ ਯਾਤਰਾ, ਬੇਅੰਤ ਚੋਜ, ਕੌਤਕ, ਗੁਰਸਿੱਖਾਂ ਨੂੰ ਉਪਦੇਸ਼, ਬੇਅੰਤ ਅਨੰਤ ਬੇਅੰਤ ਕੌਤਕ। ਇਸ ਕਥਾ ਨੇ ਕਰਵਟ ਲਈ ਕੱਲ੍ਹ ਦੇ ਦੀਵਾਨਾਂ ਦੇ ਵਿੱਚ। ਸੋ ਗੁਰ ਪ੍ਰਤਾਪ ਸੂਰਿਆ ਗ੍ਰੰਥ, ਜੋ ਸੂਰਜ ਦੀ ਤਰਤੀਬ ਦੇ ਹਿਸਾਬ ਦੇ ਨਾਲ ਮਹਾਕਵੀ, ਕਵੀਆਂ ਦੇ ਸਿਰਤਾਜ ਕਵੀ, ਦਰਗਾਹੀ ਕਵੀ, ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ, ਬ੍ਰਹਮ ਗਿਆਨੀ ਗੁਰਮੁਖ ਮਹਾਤਮਾ ਲੋਕ, ਰੱਬ ਦੇ ਪਿਆਰੇ, ਉਹਨਾਂ ਵੱਲੋਂ ਇਹ ਰਚਿਆ ਹੋਇਆ ਦਰਗਾਹੀ ਗ੍ਰੰਥ ਸ਼੍ਰੀ ਗੁਰ ਪ੍ਰਤਾਪ ਸੂਰਿਆ ਗ੍ਰੰਥ। ਉਸ ਦੀ ਪੰਜਵੀਂ ਰਾਸ ਪਿਛਲੇ ਦੀਵਾਨਾਂ ਵਿੱਚ ਸੰਪੂਰਨ ਹੋਈ ਔਰ ਕੱਲ੍ਹ ਦੀ ਕਥਾ ਵਿੱਚ ਮਾਣਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਗੌਰੇ ਮਸਕੀਨ, ਉਹਨਾਂ ਨੇ ਇਹ 6ਵੀਂ ਰਾਸ ਨੂੰ ਪ੍ਰਾਰੰਭ ਕੀਤਾ, ਜਿਸ ਦੇ ਪ੍ਰਾਰੰਭਤਾ ਦੇ ਮੰਗਲ ਆਪ ਜੀ ਨੇ ਬਹੁਤ ਪਿਆਰ ਸਤਿਕਾਰ ਅਤੇ ਵਿਸਥਾਰ ਸਾਹਿਤ ਸਰਵਣ ਕਰੇ ਸਨ, ਜਿਹਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਡਿਆਈ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਵਡੱਪਣ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦੀ ਕੀਤੀ ਹੋਈ ਪਰਉਪਕਾਰ ਵਾਲੀ ਕਥਾ ਦਾ ਸਾਰੰਸ਼, ਔਰ ਗੁਰੂ ਰਾਮਦਾਸ ਮਹਾਰਾਜ ਜਿਵੇਂ ਦਾਸਾਂ ਦੀਆਂ ਆਸਾਵਾਂ ਪੂਰੀਆਂ ਕਰਦੇ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਗੁਰਸਿੱਖਾਂ ਦੇ ਮਨ ਦੇ ਤਨ ਦੇ ਦੁਸ਼ਮਣਾਂ ਨੂੰ ਦੂਰ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਵੇਂ ਪਹਿਲੇ ਅਵਤਾਰਾਂ ਪੈਗੰਬਰਾਂ ਤੋਂ ਮਹਾਨ ਹਨ, ਸ਼੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਕਾਮਧੇਨ ਗਊ ਨੂੰ ਪੈਦਾ ਕਰਨ ਵਾਲੇ, ਕਈ ਕਾਮਧੇਨ ਠੱਡੀ ਹਰ ਦੁਆਰੇ, ਔਰ ਕਲਪ ਬ੍ਰਿਸ਼ ਹੀ ਨਹੀਂ ਕਿਉਂਕਿ ਉਹ ਮੁਕਤੀ ਨਹੀਂ ਦਿੰਦਾ, ਚਿੰਤਾਮਣੀ ਹੀ ਨਹੀਂ ਕਿਉਂਕਿ ਉਹ ਚਿੰਤਾਵਾਂ ਨੂੰ ਦੂਰ ਨਹੀਂ ਕਰਦੀ, ਮਹਾਰਾਜ ਜੀ ਦੇ ਚਰਨਾਂ ਦਾ ਨੋਹ ਨਖਨ ਜੋ ਹੈ ਉਹ ਵੀ ਕਈ ਚਿੰਤਾਮਣੀਆਂ ਨੂੰ ਪੈਦਾ ਕਰਨ ਵਾਲਾ, ਇਤਿਆਦਿਕ ਇਹ ਸਤਿਗੁਰਾਂ ਦੀ ਵਡਿਆਈ ਦੇ ਵਚਨ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਦੀ ਰਚਨਾ ਦੇ ਮੰਗਲ ਸੰਪੂਰਨ ਹੋਏ ਹਨ। ਅੱਗੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਕਥਾ, ਜੰਗਾਂ ਯੁੱਧਾਂ ਦੀ ਕਥਾ ਔਰ 6ਵੀਂ ਰਾਸ ਦਾ ਇਤਿਹਾਸ ਅੱਜ ਪ੍ਰਾਰੰਭ ਹੋ ਰਿਹਾ। ਜਿਤਨੇ ਵੀ ਮਾਈ ਭਾਈ ਬਿਰਧ ਬਾਲ ਹੈ, ਗਰੀਬ ਨਿਵਾਜ महाराज जी की पवित्र गोद में सुभायमान होकर महाराज जी के चरणों का लाहा लै रहे हो। भाई आओ सतगुरां दी अमृत स्वरूप इतिहास की लड़ीवार विचार कथा के नाल जुड़ो, एकाग्रता बनाओ, श्री गुरु कलगीधर पातशाह महाराज जी के चरणों का ध्यान धरते हुए रसना पवित्र करो। प्यार दे नाल गज के आखो जी सतनाम श्री वाहेगुरु जी। प्यार नाल फिर आखो जी सतनाम श्री वाहेगुरु जी। सवैया एक समय हर गोबिंद जी निज मंदर सुंदर बीच थिरे। महाकवि कवियां दे सरताज कवि चूड़ामण कवि भाई संतोख सिंह साहब जी अगला प्रकरण अगली लड़ी का जोड़ते हैं, बचन करते हैं। एक समय श्री गुरु हरगोबिंद साहब सच्चे पातशाह जी महाराज अपने सोहने मंदिर दे विच बिराजमान सन तां की होया। कुवै न समीप महीप जो थे नर अंदर आवन बंद करे। महाराज जी मौज सी, सतगुरां दे कोल बरछे दा पहरा सीगा ते महाराज ने कहा सीगा कि कोई भी आम खास साडे पास ना आवे, असी कुछ समय दे वास्ते बिल्कुल एकांत होना चाहुंदे हां
ਤੇ ਮਹਾਰਾਜ ਜੀ ਦੇ ਪਾਸ ਕੋਈ ਵੀ ਨਾ ਸੀ, ਇਕਾਂਤ ਵਿੱਚ ਸਨ ਆਪ। ਦੇਖ ਭਲੋ ਅਵਕਾਸ ਹਿਰਦੈ ਲਖ ਕਾਰਨ ਮੇਲ ਆਨੰਦ ਤਰੇ। ਕਹਿੰਦੇ ਉਸ ਵੇਲੇ ਇਹ ਸਮਾਂ ਜਾਣ ਕੇ ਕਿ ਮਹਾਰਾਜ ਬਿਲਕੁਲ ਇਕਾਂਤ ਵਿੱਚ ਹਨ, ਸਤਿਗੁਰਾਂ ਦੇ ਪਾਸ ਕੋਈ ਵੀ ਨਹੀਂ ਹੈ। ਇਸ ਮੌਕੇ ਨੂੰ, ਇਸ ਦਰਗਾਹੀ ਮੌਕੇ ਨੂੰ ਜਾਣਿਆ ਕਿ ਬੜਾ ਸੋਹਣਾ ਮੌਕਾ ਹੈ। ਕਿਸ ਨੇ ਜਾਣਿਆ, ਕੀ ਜਾਣਿਆ? ਸਾਰਦ ਬਾਰਦ ਸਾਰਦ ਪਾਰਦ ਤਾਸਮ ਨਾਰਦ ਮੋਦ ਪਰੇ। ਉਸ ਵੇਲੇ ਨਾਰਦ ਮੁਨ, ਇਹਦੇ ਬਾਰੇ ਕੁਝ ਅੱਗੇ ਜਾ ਕੇ ਵੀ ਬੇਨਤੀਆਂ ਕਰਾਂਗਾ। ਇਹ ਨਾਰਦ ਮੁਨ ਜੋ ਪਰਮੇਸ਼ਰ ਦੀ ਦਰਗਾਹ ਦੇ ਸਾਧ ਸੰਗਤ ਜੀ ਖਾਸ ਨਿਵਾਜੇ ਹੋਏ ਭਗਤ ਹਨ। ਇਹ ਭਗਤ ਨਾਰਦ ਦੀ ਹਿਰਦੈ ਨਾ ਆਈ ਕਾਸ਼ ਕੂਸ਼ ਤਨ ਦੀਨਾਂ ਦੇ ਬਚਨ ਵੀ ਬਾਣੀ ਵਿੱਚ ਆਉਂਦੇ ਨੇ। ਤੋ ਇਸੇ ਪ੍ਰਕਾਰ ਇਹਨਾਂ ਨੇ ਬਹੁਤ ਸੋਹਣਾ ਅਵਸਰ ਜਾਣਿਆ, ਸਮਾਂ ਜਾਣਿਆ। ਸਾਧ ਸੰਗਤ ਜੀ ਨਾਰਦ ਮੁਨ ਜਿਹੜੇ ਨੇ, ਇਹ ਸਮਝ ਲਓ ਕਿ ਪਰਮੇਸ਼ਰ ਦੇ ਘਰ ਦੇ ਇੱਕ ਡਾਕੀਏ ਹਨ, ਰੱਬ ਦੇ ਘਰ ਦੇ ਸੋ ਸੁਨੇਹਾ ਦੇਣ ਵਾਲੇ, ਇੱਧਰ ਦੀ ਗੱਲ ਉੱਧਰ ਕਰਨ ਵਾਲੇ। ਸਾਡੇ ਸਮਾਜ ਵਿੱਚ ਕੋਈ ਆਦਮੀ ਇੱਧਰ ਦੀ ਗੱਲ ਉੱਧਰ ਕਰਦਾ ਹੈ, ਕਹਿੰਦੇ ਇਹ ਤੇ ਬੰਦਾ ਨਾਰਦੀ ਹੈ ਜੀ, ਇੱਧਰ ਦੀ ਗੱਲ ਉੱਧਰ ਕਰਦਾ ਹੈ। ਤੋ ਇਸੇ ਪ੍ਰਕਾਰ ਇਹ ਪਰਮੇਸ਼ਰ ਦੇ ਸਾਧ ਸੰਗਤ ਜੀ ਡਾਕੀਏ ਹਨ ਵਾਹਿਗੁਰੂ ਜੀ ਦੀ ਦਰਗਾਹ ਦੇ। ਇਹਨਾਂ ਨੂੰ ਅਮਰ ਲਿਖਿਆ ਹੋਇਆ, ਅਮਰ ਦਾ ਅਰਥ ਦੇਵਤਾ ਵੀ ਹੁੰਦਾ ਹੈ। ਖੈਰ ਕੁਝ ਬੇਨਤੀਆਂ ਅੱਗੇ ਵੀ ਜਾ ਕੇ ਸਮਝਾਂਗੇ ਆਪਾਂ। ਉਸ ਵੇਲੇ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਬੜੀ ਇਹਨਾਂ ਦੇ ਮਨ ਵਿੱਚ ਇੱਛਾ ਉਤਪੰਨ ਹੋਈ। ਸਵਈਆ ਓਚਕ ਮੰਦਰ ਮੈਂ ਬਿਦਤਿਓ ਗੁਰਹੇਰ ਉਠੇ ਹਿਤ ਆਦਰ ਕੇ। ਉਸ ਵੇਲੇ ਅਚਨਚੇਤ ਇਹ ਗੁਰੂ ਮਹਾਰਾਜ ਜੀ ਦੇ ਮੰਦਰ ਵਿੱਚ, ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਗਟ ਹੋਏ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮੇਸ਼ਰ ਦੇ ਭਗਤਾਂ ਦਾ ਬਹੁਤ ਸਤਿਕਾਰ ਕਰਦੇ ਸਨ। ਮਹਾਰਾਜ ਦੀ ਕਥਾ 'ਚ ਹੁੰਦਾ ਕਿ ਸਤਿਗੁਰੂ ਸਿੰਘਾਸਨ ਤੇ ਬੈਠੇ ਹੁੰਦੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਵੀ ਆ ਜਾਂਦੇ ਤੇ ਆਪ ਜੀ ਉੱਠ ਕੇ ਖਲੋ ਜਾਂਦੇ, ਸਤਿਕਾਰ ਕਰਦੇ ਸੀਗੇ ਨਾਮ ਜਪਣ ਵਾਲਿਆਂ ਦਾ। ਨਾਮ ਜਪਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਤੇ ਸਾਧੂ ਮਹਾਤਮਾ ਨੂੰ ਧਰਮਾਂ ਤੇ ਜਾਤਾਂ ਵਿੱਚ ਵੰਡਿਆ ਵੀ ਨਹੀਂ ਜਾ ਸਕਦਾ ਤੇ ਚਾਹ ਕੇ ਵੀ ਨਹੀਂ ਵੰਡਿਆ ਜਾ ਸਕਦਾ। ਵੰਡਣ ਵਾਲੇ ਸਗੋਂ ਸਾਧੂ ਮਹਾਤਮਾ ਦੇ ਅਸਲ ਵਿੱਚ ਦੁਖੀ ਹੁੰਦੇ ਨੇ ਸਾਧ ਸੰਗਤ ਜੀ, ਜੇ ਗਹਿਰਾ ਜਾ ਕੇ ਦੇਖੀਏ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਂ ਨੂੰ ਨਮਸਕਾਰ ਕੀਤੀ ਨਾਰਦ ਮੁੰਨ ਨੇ ਤੇ ਮਹਾਰਾਜ ਜੀ ਨੇ ਇਹਨਾਂ ਦਾ ਸਤਿਕਾਰ ਕੀਤਾ ਹੈ। ਬੰਦਰ ਆਪ ਸਮਾਹਿ ਕਰੇ ਕਹਿ ਵਾਕ ਸਰੂਪ ਜੋ ਕਾਦਰ ਕੇ। ਉਸ ਵੇਲੇ ਆਪਸ ਵਿੱਚ ਸਤਿਕਾਰ ਅਰਪਣ ਕੀਤਾ ਇੱਕ ਦੂਸਰੇ ਨੂੰ ਤੇ ਉਸ ਵੇਲੇ ਕਾਦਰ ਕਰਨਹਾਰ ਵਾਹਿਗੁਰੂ ਜੀ ਦੇ ਸਰੂਪ ਦੇ ਬਚਨ ਬਿਲਾਸ ਚੱਲੇ। ਉਹ ਜਿਵੇਂ ਕਹਿੰਦੇ ਨੇ ਗਿਆਨੀ ਕੋ ਗਿਆਨੀ ਮਿਲੇ ਕਰੇ ਗਿਆਨ ਕੀ ਬਾਤ ਵਾਲੀ ਗੱਲ ਹੈ। ਉਸੇ ਪ੍ਰਕਾਰ ਜੈਸੇ ਕਿਸੇ ਮਨੁੱਖ ਦੇ ਸਾਧ ਸੰਗਤ ਜੀ ਵਿਚਾਰ ਹੁੰਦੇ ਨੇ, ਹਿਰਦੇ ਦੇ ਵਲਵਲੇ ਹੁੰਦੇ ਨੇ, ਜੋ ਵਲਵਲਿਆਂ ਵਾਲੇ ਦੋ ਵਿਅਕਤੀ ਆਪਸ ਵਿੱਚ ਇਕੱਤਰਤ ਹੋਣ, ਜਿਵੇਂ ਵਪਾਰੀ ਹੋਣ ਤਾਂ ਵਪਾਰ ਦਾ ਬਚਨ ਬਿਲਾਸ, ਜ਼ਿਮੀਂਦਾਰ ਹੋਣ ਤੇ ਪਈ ਹੋਈ ਮਾਰ ਆਮਦਨੀ ਖਰਚੇ ਤੇ ਆਦਿਕ ਦਾ ਬਚਨ ਬਿਲਾਸ ਚੱਲਦਾ। ਇਹ ਪਰਮੇਸ਼ਰ ਨੇ ਬਣਾਇਆ ਹੋਇਆ ਸਾਧ ਸੰਗਤ ਜੀ ਵਿਧ ਵਿਧਾਨ ਹੈ। ਸਤਿਗੁਰੂ ਜੀ ਮਹਾਰਾਜ ਨਾਰਦ ਮੁੰਨ ਦੇ ਨਾਲ ਕਾਦਰ ਦੇ ਸਰੂਪ ਦਾ, ਵਾਹਿਗੁਰੂ ਜੀ ਦੇ ਸਰੂਪ ਦਾ ਬਚਨ ਬਿਲਾਸ ਕਰਦੇ, ਉਹਦੀ ਕਥਾ ਵਾਰਤਾ ਕਰਦੇ ਹਨ। ਆਵੋ ਦੇਵ ਮੁਨੀ ਉੱਚ ਬੈਠੋ ਕੀਨ ਕਿਰਪਾ ਇਤ ਆਚਰ ਕੇ। ਮਹਾਰਾਜ ਕਹਿਣ ਲੱਗੇ ਆਓ ਦੇਵ ਮੁਨੀ ਜੀ ਬੈਠੋ ਅਖੇ। ਬੜੀ ਖੇਚਲ ਕੀਤੀ ਹੈ, ਦਰਸ਼ਨ ਦਿੱਤੇ ਹਨ। ਇਸ ਤਰ੍ਹਾਂ ਕਹਿ ਕੇ ਮਾਣ ਨੇ ਸਤਿਕਾਰ ਕੀਤਾ। ਆਵਨ ਕਾਰਨ ਕੋਨ ਕਹੋ ਕਿਮ ਬਾਂਛਤ ਕਾਰਜ ਜੇ ਉਰ ਕੇ। ਮਹਾਰਾਜ ਕਹਿਣ ਲੱਗੇ ਨਾਰਦ ਮੁਨੀ ਜੀ, ਦੇਵ ਮੁਨੀ ਜੀ, ਆਉਣ ਦਾ ਕੀ ਕਾਰਨ ਹੈ, ਦੱਸੋ ਕਿਉਂ ਆਏ ਹੋ ਆਪ? ਨਾਰਦ ਰੂਪ ਬਿਲੰਦ ਨਿਹਾਰਤ ਸੁੰਦਰ ਕ੍ਰਾਂਤ ਪੂਜਾ ਬਲ ਭਾਰੀ। ਜਦੋਂ ਮਾਣ ਨੇ ਭਜਨ ਕੀਤਾ ਤੇ ਨਾਰਦ ਮੁਨੀ ਨੇ ਮਹਾਰਾਜ ਦਾ ਸੁੰਦਰ ਸਰੂਪ ਦੇਖਿਆ। ਬੜੀ ਪਿਆਰੀ ਕ੍ਰਾਂਤੀ, ਬੜੀ ਪਿਆਰੀ ਸ਼ੋਭਾ, ਆਭਾ ਗਰੀਬ ਨਿਵਾਜ ਮਹਾਰਾਜ ਜੀ ਦੇ ਚਿਹਰੇ ਦੀ ਵੱਖਰੀ ਹੈ। ਦੀਰਗ ਸ੍ਰੀ ਮੁਖ ਮੰਡਲ ਪੈ ਕਲ ਕੁੰਡਲ ਡੋਲ ਬੜੀ ਦੁਤਵਾਰੀ। ਇਹਨੇ ਕੀ ਦੇਖਿਆ ਕਿ ਮਹਾਰਾਜ ਦੀਆਂ ਬਾਹਾਂ ਜਿਹੜੀਆਂ ਨੇ ਬਹੁਤ ਬਲ ਵਾਲੀਆਂ ਹਨ, ਬੜੀਆਂ ਬਲਸ਼ਾਲੀ। ਇਦਾਂ ਲੱਗਦਾ ਜਿਵੇਂ ਹਾਥੀ ਦੀ ਸੁੰਡ ਹੋਵੇ, ਬੜੀਆਂ ਮਜ਼ਬੂਤ ਬਾਹਾਂ, ਛਾਤੀ ਚੌੜੀ, ਸੋਹਣੇ ਨੇਤਰ। ਔਰ ਗਰੀਬ ਨਿਵਾਜ ਮਹਾਰਾਜ ਦਾ ਮੁੱਖ ਮੰਡਲ ਜਿਹੜਾ ਹੈ, ਉਹਦੀ ਸ਼ੋਭਾ ਆਪਣੇ ਆਪ ਦੇ ਵਿੱਚ ਮਿਸਾਲ ਹੈ, ਕੋਈ ਮਿਸਾਲ ਨਹੀਂ ਉਹਦੀ। ਅੰਗ ਵਿਸ਼ੇਸ਼ ਅਸ਼ੇਸ਼ ਅਹ ਪਟ ਬੇਸ ਸੋ ਬੇਸ ਸਜੈ ਮੁਦਕਾਰੀ। ਤੇ ਮਹਾਰਾਜ ਦੇ ਜਿਹੜੇ ਅੰਗ ਨੇ ਸਾਧ ਸੰਗਤ ਜੀ, ਉਹ ਬਿਲਕੁਲ ਹੀ ਵਿਸ਼ੇਸ਼ ਨੇ, ਵੱਖਰੇ ਅੰਗ ਨੇ। ਜਿਹੜੇ ਸਾਧ ਸੰਗਤ ਜੀ ਅਵਤਾਰੀ ਪੁਰਸ਼ ਹੁੰਦੇ ਨੇ, ਉਹਨਾਂ ਦੇ 6 ਲੱਛਣ ਗ੍ਰੰਥਾਂ ਵਿੱਚ ਦੱਸੇ ਨੇ। ਇੱਕ ਤਾਂ ਉਹਨਾਂ ਵਿੱਚੋਂ ਇੱਕ ਵਿਸ਼ੇਸ਼ ਲੱਛਣ ਹੈ ਕਿ ਜਿਹੜੇ ਅਵਤਾਰੀ ਪੈਗੰਬਰੀ ਪੁਰਸ਼ ਹੁੰਦੇ ਨੇ, ਸਧਾਰਨ ਮਨੁੱਖ ਦੇ ਨਾਲੋਂ ਬਹੁਤੇ ਜ਼ਿਆਦਾ ਸ਼ੋਭਾ ਵਾਲੇ ਹੁੰਦੇ ਨੇ। ਜੋ ਆਦਮੀ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਹੈ। ਸੁੰਦਰਤਾ
ਪਰਮੇਸ਼ਰ ਦੀ ਬਹੁਤ ਵੱਡੀ ਦਾਤ ਹੈ। ਤੇ ਸੁੰਦਰਤਾ ਜਿਹੜੀ ਸਾਧ ਸੰਗਤ ਜੀ ਰੰਗ ਦੀ ਮੁਤਾਜ ਨਹੀਂ ਹੁੰਦੀ, ਅਸਲ ਵਿੱਚ ਉਹ ਸੁੰਦਰਤਾ ਹੁੰਦੀ ਜਿਹੜੀ ਰੰਗ ਦੀ ਮੁਤਾਜ ਨਾ ਹੋਵੇ। ਸਾਡੇ ਪੰਥ ਵਿੱਚ ਬੜੇ ਬੜੇ ਮਹਾਤਮਾ ਧਰਮਾਤਮਾ ਲੋਕ ਹੋਏ ਨੇ ਜਿਹੜੇ ਸਾਵਲ ਸੁੰਦਰ ਹੋਏ ਨੇ। ਸਰੀਰ ਦਾ ਰੰਗ ਸਾਧ ਸੰਗਤ ਜੀ ਭਾਵੇਂ ਸਾਵਲਾ ਸੀ ਉਹਨਾਂ ਦਾ, ਪਰ ਪ੍ਰਤਾਪ ਨਹੀਂ ਸੀ ਝੱਲ ਹੁੰਦਾ, ਕਿਉਂਕਿ ਚਿੱਟਾ ਸਫੇਦ ਰੰਗ ਕਈ ਵਾਰੀ, ਹਰ ਵਾਰ ਨਹੀਂ, ਬਿਮਾਰੀ ਇਤਿਆਦਿਕ ਦਾ ਵੀ ਸਾਧ ਸੰਗਤ ਜੀ ਕਾਰਨ ਹੁੰਦਾ। ਅਸਲ ਵਿੱਚ ਜਿਹੜੀ ਸਰੀਰ ਦੀ ਸੁੰਦਰਤਾ ਗ੍ਰੰਥਾਂ 'ਚ ਲਿਖੀ ਹੈ ਉਹ ਸਾਧ ਸੰਗਤ ਜੀ ਲਾਲੀ ਵਾਲੀ ਸੁੰਦਰਤਾ ਹੈ। ਲਾਲੀ ਸਫੇਦ ਚਿਹਰੇ ਉੱਪਰ ਹੋਵੇ ਤਾਂ ਵੀ ਜੱਚਦੀ ਹੈ, ਤੇ ਸਾਵਲ ਸੁੰਦਰ ਚਿਹਰੇ ਉੱਪਰ ਹੋਵੇ ਤਾਂ ਵੀ ਜੱਚਦੀ। ਚਿਹਰੇ ਦੀ ਸੁੰਦਰਤਾ ਜਿਹੜੀ ਉਹ ਲਾਲੀ ਨਾਲ ਆਉਂਦੀ। ਦੋ ਮਨੁੱਖ ਜਿਹੜੇ ਉਹਨਾਂ ਦੇ ਸਾਧ ਸੰਗਤ ਜੀ ਚਿਹਰੇ ਉੱਪਰ ਕਦੀ ਆਭਾ ਨਹੀਂ ਹੋ ਸਕਦੀ। ਇੱਕ ਤਾਂ ਜਿਹੜਾ ਸਾਧ ਸੰਗਤ ਜੀ ਮਾਨਸਿਕ ਤੌਰ ਤੇ ਉਲਝਿਆ ਹੋਇਆ ਅਸ਼ਾਂਤ ਮਨੁੱਖ ਹੈ, ਔਰ ਦੂਸਰਾ ਜਿਹੜਾ ਸਾਧ ਸੰਗਤ ਜੀ ਵਿਕਾਰੀ ਮਨੁੱਖ ਆ ਨਾ, ਉਹਦੇ ਵੀ ਚਿਹਰੇ ਦੇ ਉੱਪਰ ਕਦੀ ਲਾਲੀ ਨਹੀਂ ਆਉਂਦੀ ਹੈ ਕਿਸੇ ਵੀ ਪ੍ਰਕਾਰ। ਤਾਂ ਇਸੇ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਦੇ ਚਿਹਰੇ ਉੱਪਰ ਜਿਹੜੀ ਆਭਾ ਹੈ, ਸ਼ੋਭਾ ਹੈ ਸਾਧ ਸੰਗਤ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਗਰੀਬ ਨਿਵਾਜ ਮਹਾਰਾਜ ਜੀ ਦੇ ਚਿਹਰੇ ਦੀ ਆਭਾ ਤੇ ਸ਼ੋਭਾ ਦੇਖ ਕੇ ਹੈਰਾਨ ਹੋ ਗਿਆ, ਸੁੰਨ ਮੁੰਨ ਹੋ ਗਿਆ ਜੀ। ਹੋਰ ਹੀ ਦੁਨੀਆ ਵਿੱਚ ਪ੍ਰਵੇਸ਼ ਕਰ ਗਿਆ ਹੈ ਦੇਵ ਮੁਨੀ ਨਾਰਦ ਮੁਨ। ਬ੍ਰਿੰਦ ਆਨੰਦ ਕੋ ਪਾਏ ਰਹਿਓ, ਗੁਣ ਕੀਰਤ ਕੋ ਤਬ ਕੀਨ ਉਚਾਰੀ। ਉਸ ਵੇਲੇ ਬਹੁਤ ਪ੍ਰਸੰਨ ਹੋਇਆ ਨਾਰਦ ਮੁਨੀ ਤੇ ਮਹਾਰਾਜ ਦੀ ਵਡਿਆਈ, ਮਹਾਰਾਜ ਦੀ ਕੀਰਤੀ ਕੀਤੀ। ਹੁਣ ਕਹਿਣ ਵਾਲੇ ਕਿਸੇ ਸੋਚਣ ਵਾਲੇ ਨੇ ਤੇ ਸੋਚ ਹੀ ਲੈਣਾ ਕਿ ਖੁਰੇ ਇਹ ਕਿਹੜੀਆਂ ਬ੍ਰਾਹਮਣਾਂ ਦੀਆਂ ਕਥਾ ਕਹਾਣੀਆਂ ਸ਼ੋ ਕੇ ਬਹਿ ਗਏ, ਮਹਾਰਾਜ ਦੇ ਕੋਲ ਨਾਰਦ ਮੁਨੀ ਆਇਆ ਜੀ, ਮਾਨ ਨੇ ਕਿਉਂ ਸਤਿਕਾਰ ਕੀਤਾ ਜੀ, ਇਹ ਉਹ। ਪਰ ਅਗਲੀ ਗੱਲ ਤਾਂ ਨਹੀਂ ਨਾ ਸੁਣੀ ਕਿਸੇ ਨੇ ਜਿਹੜੀ ਹੁਣ ਅੱਗੇ ਆਉਣੀ। ਸਾਡੇ ਉਸਤਾਦ ਮਹਾਂਪੁਰਖ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਕਥਾ ਜਿਹੜੀ ਆਪਣੇ ਆਪ ਦੇ ਵਿੱਚ ਮਜ਼ਮੂਨ ਹੈ, ਇੱਕ ਵਿਸ਼ਾ, ਇੱਕ ਸਬਜੈਕਟ ਆ। ਜੇ ਸਾਰਾ ਸੁਣਿਆ ਜਾਵੇ ਤੇ ਲਾਭ ਹੁੰਦਾ, ਅੱਧਾ ਸੁਣਿਆ ਜਾਵੇ ਤੇ ਲਾਭ ਕੀ ਹੋਣਾ, ਉਲਟਾ ਨੁਕਸਾਨ ਹੋ ਜਾਂਦਾ। ਜਿਵੇਂ ਗਿਆਨੀ ਮਾਨ ਸਿੰਘ ਜੀ ਝੌਰ ਕਥਾ ਸੁਣਾਉਂਦੇ, ਕਹਿੰਦੇ ਕੋਈ ਇੱਕ ਵਾਰੀ ਸਾਧ ਸੰਗਤ ਜੀ, ਉਹ ਮੌਲਵੀ ਸੀ ਤੇ ਕਥਾ ਕਰੇ, ਉਪਦੇਸ਼ ਦਵੇ, ਧਰਮ ਦੀ, ਦੀਨ ਇਸਲਾਮ ਦੀ ਤਾਲੀਮ ਦਵੇ। ਕਥਾ ਕਰਦਿਆਂ ਕਰਦਿਆਂ ਉਹਨੇ ਇਹ ਗੱਲ ਕਹੀ ਵੀ ਮੋਮਿਨੋ ਨਾ ਪੜੋ ਨਿਵਾਜ। ਤੇ ਕੋਈ ਮੋਮਨ ਸੀ, ਮੁਸਲਮਾਨ ਸੀ, ਉਹਨੇ ਇੰਨੀ ਗੱਲ ਸੁਣੀ, ਇੰਨੇ ਸਮੇਂ ਮਸੀਤੋਂ ਬਾਹਰ ਹੋ ਗਿਆ, ਉਹ ਦੀਵਾਰ ਤੋਂ ਬਾਹਰ ਹੋ ਗਿਆ। ਅਗਲੀ ਗੱਲ ਸੁਣੀ ਨਾ ਉਦੋਂ ਕੋਈ ਸਪੀਕਰ ਇਤਿਆਦਿਕ ਦਾ ਸੀਗਾ ਸਾਧਨ ਕਿ ਸਾਰੀ ਗੱਲ ਸੁਣੀ ਜਾਵੇ। ਉਹਨੇ ਨਵਾਜ਼ ਪੜ੍ਹਨੀ ਬੰਦ ਕਰਤੀ। ਬਰਾਦਰੀ ਵਾਲਿਆਂ ਨੇ ਕਿਹਾ ਵੀ ਇਹ ਤੈਂ ਕੀ ਕਰ ਛੱਡਿਆ, ਨਵਾਜ਼ ਹੀ ਪੜ੍ਹਨੀ ਬੰਦ ਕਰਤੀ। ਕਹਿੰਦਾ ਮੈਂ ਮੁੱਲਾਂ ਦੇ ਕਹਿਣ ਤੇ ਬੰਦ ਕੀਤੀ ਆਖੇ। ਪੰਚਾਇਤ ਹੋ ਗਈ ਜੀ ਉੱਥੇ ਹਾਕਮ ਦੇ ਸਾਹਮਣੇ ਵੀ ਜੇ ਕਾਬੇ ਚੋਂ ਕੁਫਰ ਉੱਡੂ ਤੇ ਇਸਲਾਮ ਕਿੱਥੇ ਜਾਊ ਵਾਲੀ ਗੱਲ ਆ। ਜੇ ਧਰਮ ਦੇ ਸਥਾਨਾਂ ਦੇ ਉੱਪਰ ਅਧਰਮ ਦਾ ਉਪਦੇਸ਼ ਦਿੱਤਾ ਜਾਊਗਾ ਤੇ ਕੀ ਹੋਵੇਗਾ। ਕਾਜੀ ਜੀ ਬੜੇ ਹੈਰਾਨ ਤੇ ਪਰੇਸ਼ਾਨ ਵੀ ਅੱਜ ਮੇਰੀ ਕਿੱਦਾਂ ਇਹ ਕਲਾਸ ਲੱਗੀ। ਕਹਿੰਦੇ ਵੀ ਤੇਰੇ ਕਹਿਣ ਉੱਪਰ ਇਸ ਆਦਮੀ ਨੇ ਨਿਵਾਜ਼ ਗੁਜ਼ਾਰਨੀ, ਵਜ਼ੂ ਕਰਨਾ, ਬੰਦਗੀ ਕਰਨੀ, ਇਬਾਦਤ ਕਰਨੀ ਛੱਡ ਦਿੱਤੀ। ਕਹਿੰਦੇ ਹੋਇਆ ਕੀ ਦੱਸੋ। ਉਸ ਆਦਮੀ ਨੇ ਕਿਹਾ ਵੀ ਮਹਾਰਾਜ ਤੁਸੀਂ ਕੱਲ ਉਪਦੇਸ਼ ਦਿੰਦੇ ਸੀ, ਤਾਲੀਮ ਦਿੰਦੇ ਸੀਗੇ ਤੇ ਇਹ ਗੱਲ ਕਹੀ ਸੀ ਮੋਮਿਨੋ ਨਾ ਪੜੋ ਨਿਵਾਜ਼। ਉਸ ਵੇਲੇ ਕਾਜੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ, ਉਹ ਫਕਿਆ। ਕਹਿੰਦਾ ਲੱਗਦਾ ਤੂੰ ਪਾਗਲ ਹੈ ਕਿ ਮੈਨੂੰ ਪਾਗਲ ਕਰ ਦੇਣਾ। ਕਹਿੰਦਾ ਅਗਲੀ ਗੱਲ ਤੇ ਤੈਂ ਸੁਣੀ ਨਹੀਂ ਕਿ ਮੋਮਿਨੋ ਨਾ ਪੜੋ ਨਿਵਾਜ਼ ਬਿਨਾ ਵਜ਼ੂ ਕੀਏ। ਵਜ਼ੂ ਕਰਦੇ ਨੇ, ਮੂੰਹ ਧੋਂਦੇ ਨੇ, ਗਰਦਨ ਤੱਕ, ਨੱਕ ਵਿੱਚ, ਕੰਨ ਵਿੱਚ ਉਂਗਲ ਮਾਰਦੇ, ਅਰਕਾਂ ਤੱਕ ਹੱਥ ਧੋਂਦੇ, ਗੋਡਿਆਂ ਤੱਕ ਪੈਰ ਧੋਂਦੇ। ਉਹਨੂੰ ਵਜ਼ੂ ਕਰਨਾ, ਉਜ਼ੂ ਕਰਨਾ, ਜਿਹਨੂੰ ਪੰਛਨਾਨਾ ਅਸੀਂ ਸਮਝ ਸਕਦੇ ਹਾਂ, ਸਾਧ ਸੰਗਤ ਜੀ ਉਹ ਕਰਦੇ ਨੇ। ਕਹਿੰਦੇ ਮੈਂ ਤੇ ਆਹ ਗੱਲ ਕਹੀ ਸੀ, ਅਗਲੀ ਗੱਲ ਤੇ ਸੁਣੀ ਨਹੀਂ ਇਸ ਚੰਦਰੇ ਨੇ, ਤੇ ਫਿਰ ਸਾਰਾ ਨੁਕਸਾਨ ਹੋ ਗਿਆ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ ਕਥਾ ਮਜ਼ਮੂਨ ਹੈ, ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ। ਸਾਰੀ ਗੱਲ ਸੁਣੀ ਜਾਵੇ ਤੇ ਬਹੁਤ ਵੱਡਾ ਲਾਭ ਹੈ, ਅੱਧੀ ਸੁਣੀ ਜਾਵੇ ਤੇ ਫਿਰ ਸਾਧ ਸੰਗਤ ਜੀ ਨੁਕਸਾਨ ਹੁੰਦਾ। ਆ ਜਿਹੜੇ ਗੁਰਮਤਿ ਦੇ ਸਾਧ ਸੰਗਤ ਜੀ ਸੋ ਬਖੇੜੇ ਖੜੇ ਹੁੰਦੇ ਗੁਰੂ ਘਰ ਦੇ ਵਿੱਚ ਕਥਾ ਨੂੰ ਲੈ ਕੇ, ਉਹ ਕਲਿੱਪਾਂ ਨੂੰ ਲੈ ਕੇ ਖੜੇ ਹੁੰਦੇ ਨੇ। ਕਥਾ ਨੂੰ ਲੈ ਕੇ ਕਦੀ ਕੋਈ ਬਖੇੜਾ ਨਹੀਂ ਖੜਾ ਹੋਇਆ ਹੋਵੇਗਾ, ਕਲਿੱਪਾਂ ਨੂੰ ਲੈ ਕੇ ਉਹ ਕੱਟ ਵੱਢ ਕੇ ਫਿਰ ਇਸ ਤਰ੍ਹਾਂ ਹੀ ਸਾਰੀ ਸਾਧ ਸੰਗਤ ਦੀ ਗੇਮ ਬਣਦੀ ਹੈ। ਤੋ ਇਸੇ ਪ੍ਰਕਾਰ ਨਾਰਦ ਮੁਨ ਆਇਆ, ਪਿਛਲੀ ਕਥਾ ਵਿੱਚ ਸੁਣਿਆ, ਮਾਨ ਨੇ ਸਤਿਕਾਰ ਕੀਤਾ, ਚੇਤ ਪ੍ਰਗਟ ਹੋ ਗਿਆ, ਦੇਵ ਮੁਨੀ ਕਹਿ ਕੇ ਅਦਬ ਕੀਤਾ। ਇਹਨੇ ਮਾਨ ਨੂੰ ਨਮਸਕਾਰ ਵੀ ਕੀਤੀ, ਗੁਰੂ ਸਾਹਿਬ ਨੇ ਵੀ ਅਦਬ ਕੀਤਾ। ਪਰ ਅਗਲੀ ਗੱਲ ਜਿਹੜੀ ਰਹੱਸਮਈ ਹੈ ਉਹ ਸੁਣਨ ਵਾਲੀ। ਉਸ ਵੇਲੇ ਮਾਨ ਨੇ ਪੁੱਛਿਆ ਵੀ ਕਿਉਂ ਆਏ ਆਪ ਦੱਸੋ।
ਇਹਨੇ ਮਹਾਰਾਜ ਦੀ ਸੁੰਦਰ ਸੋਭਾ ਆਭਾ ਦੇਖੀ, ਨਿਹਾਲ ਹੋਇਆ ਤੇ ਗਰੀਬ ਨਿਵਾਜ ਮਹਾਰਾਜ ਦੀ ਵਡਿਆਈ ਕੀਤੀ। ਮਹਾਰਾਜ ਮੈਂ ਤੁਹਾਡੀ ਵਡਿਆਈ ਕਰਨ ਤੇ ਬੇਨਤੀਆਂ ਕਰਨ ਆਇਆ। ਕਿਵੇਂ ਵਡਿਆਈ ਕਰਦਾ ਇਹ? ਭੁਜੰਗ ਪ੍ਰਿਆਤ ਛੰਦ ਗੁਰੂ ਰੂਪ ਧਾਰੇ ਨ ਮੋਲੇ ਹੋ ਮੋਹੀ। ਉਸ ਵੇਲੇ ਬੇਨਤੀ ਕਰਦਾ ਮਹਾਰਾਜ, ਆਪ ਜੀ ਗੁਰੂ ਰੂਪ ਹੋ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ 5ਵੇਂ ਵਾਰਸ 6ਵੇਂ ਗੁਰੂ ਹੋ ਆਪ। ਸਭ ਤੋਂ ਪਹਿਲਾਂ ਮੇਰੀ ਨਮੋ ਲਵੋ, ਮੇਰੀ ਨਮਸਕਾਰ ਲਵੋ, ਮੇਰੀ ਨਮਸਕਾਰ ਨੂੰ ਪ੍ਰਵਾਨ ਕਰੋ ਆਪ। ਸਦਾ ਗਿਆਨ ਮੈਂ ਧਿਆਨ ਮੈਂ ਬਸ ਹੋਈ। ਕੀ ਕਹਿਣ ਲੱਗਾ ਮਹਾਰਾਜ? ਤੁਹਾਡਾ ਸਦਾ ਗਿਆਨ ਅਤੇ ਧਿਆਨ ਵਿੱਚ ਵਾਸਾ ਹੈ। ਭਾਵੇਂ ਸ਼ਸਤਰ ਵੀ ਚਲਾਉਂਦੇ ਹੋ ਤੁਸੀਂ, ਉੱਥੇ ਵੀ ਧਿਆਨੀ ਹੋ। ਸ਼ਸਤਰ ਚਲਾਉਂਦੇ ਵੀ ਗਿਆਨੀ ਅਤੇ ਧਿਆਨੀ ਹੋ। ਸਾਧ ਸੰਗਤ ਜੀ, ਸਾਡੇ ਸ਼ਸਤਰ ਵਿਦਿਆ ਦੇ ਉਸਤਾਦ ਮਹਾਂਪੁਰਖ ਗੁਰੂ ਸ਼ਸਤਰ ਵਿਦਿਆ ਦੇ ਗੁਰੂ ਸਾਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਸੀ ਬੇਟਾ ਸਭ ਤੋਂ ਜ਼ਿਆਦੀ ਇਕਾਗਰਤਾ ਤਲਵਾਰ ਚਲਾਉਣ ਵੇਲੇ ਚਾਹੀਦੀ ਹੈ। ਜਿਨ੍ਹਾਂ ਨੇ ਕਦੀ ਗੱਤਕਾ ਸਿੱਖਿਆ, ਗੱਤਕਾ ਖੇਡਿਆ ਜਾਂ ਗੱਤਕੇ ਦੇ ਜ਼ੋਰ ਦੇ ਨਾਲ ਜਿਨ੍ਹਾਂ ਨੂੰ ਲਗਾਵ ਹੈ, ਦੁਖਦਾਈ ਗੱਲ ਸਾਨੂੰ ਲਗਾਵ ਨਹੀਂ ਅੱਜ ਸ਼ਸਤਰ ਵਿਦਿਆ ਦੇ ਨਾਲ। ਗੁਲਾਮ ਹੋ ਜਾਵਾਂਗੇ ਖਾਲਸਾ ਜੀ ਜੇ ਅਸੀਂ ਸ਼ਸਤਰਾਂ ਦੀ ਪਰੰਪਰਾਵਾਂ ਨੂੰ ਆਪਣੇ ਆਪ ਤੋਂ ਦੂਰ ਕਰ ਦਿਆਂਗੇ। ਸਭ ਤੋਂ ਵੱਡੀ ਇਕਾਗਰਤਾ ਸ਼ਸਤਰ ਵਿਦਿਆ ਵੇਲੇ ਚਾਹੀਦੀ ਹੈ। ਆਪ ਜੀ ਨੂੰ ਪਤਾ ਹੋਵੇ, ਅਸੀਂ ਸ਼ਸਤਰ ਨੂੰ ਅੱਖਾਂ ਦੇ ਨਾਲ ਦੇਖ ਕੇ ਨਹੀਂ ਰੋਕ ਸਕਦੇ। ਅੱਖਾਂ ਦੇ ਨਾਲ ਦੇਖ ਕੇ ਨਹੀਂ ਰੋਕ ਸਕਦੇ। ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ਸਤਰ ਨੂੰ ਰੋਕ ਸਕਦੇ ਹਾਂ। ਕਦੀ ਗੌਰ ਨਾਲ ਦੇਖਿਓ, ਜਦੋਂ ਗੁਰੂ ਕੇ ਸਿੰਘ ਸ਼ਸਤਰ ਵਿਦਿਆ ਦੇ ਜੌਹਰ ਵਿਖਾਉਂਦੇ ਹਨ, ਕਿੱਥੋਂ ਤਲਵਾਰ ਆਉਂਦੀ ਹੈ ਇੱਕਦਮ ਆਦਮੀ ਦੇਖ ਕੇ ਰੋਕ ਸਕਦਾ? ਜਦੋਂ ਇੱਕ ਖਿਡਾਰੀ ਤਲਵਾਰ ਵੱਲ ਦੇਖੇਗਾ, ਬੜੀ ਮਜ਼ੇਦਾਰ ਗੱਲ, ਉਹਦੇ ਤਲਵਾਰ ਵੱਜੇਗੀ। ਉਹ ਸ਼ਸਤਰ ਵੱਲ ਦੇਖੇਗਾ, ਉਹਦੇ ਸ਼ਸਤਰ ਵੱਜੇਗਾ। ਜਦੋਂ ਉਹਦੇ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪੈਣਗੀਆਂ, ਸਾਧ ਸੰਗਤ ਜੀ, ਉਦੋਂ ਉਹਦਾ ਬਚਾਅ ਹੋਵੇਗਾ। ਤੁਸੀਂ ਕਹੋਗੇ ਗੁੰਝਲਦਾਰ ਗੱਲ ਕਿਉਂ? ਇਹ ਗੁੰਝਲਦਾਰ ਗੱਲ ਇਸ ਲਈ ਹੈ ਕਿ ਸ਼ਸਤਰ ਵਿਦਿਆ ਵਿੱਚ ਚਾਹੀਦਾ ਹੈ ਧਿਆਨ। ਧਿਆਨ ਦੇ ਨਾਲ ਜਾਨ ਬਚਦੀ ਹੈ, ਨਾ ਕਿ ਨਜ਼ਰ ਦੇ ਨਾਲ ਜਾਨ ਬਚਦੀ। ਨਜ਼ਰ ਨਾਲ ਜਾਨ ਜਾਂਦੀ ਹੈ। ਇਸ ਕਰਕੇ ਸਭ ਤੋਂ ਵੱਡਾ ਧਿਆਨੀ ਜਿਹੜਾ ਸਾਧ ਸੰਗਤ ਜੀ, ਉਹ ਸੂਰਮਾ ਹੁੰਦਾ। ਮੈਂ ਇਹ ਕਹਿਣਾ ਚਾਹੁੰਦਾ, ਸੂਰਮੇ ਤੋਂ ਵੱਡਾ, ਜੁਝਾਰੂ ਯੋਧੇ ਤੋਂ ਵੱਡਾ ਕੋਈ ਧਿਆਨੀ ਨਹੀਂ ਹੋ ਸਕਦਾ। ਸਭ ਤੋਂ ਵੱਡਾ ਧਿਆਨ ਚਾਹੀਦਾ ਤੀਰ ਸੰਧਨ ਵੇਲੇ, ਤਲਵਾਰ ਚਲਾਉਣ ਵੇਲੇ, ਘੋੜ ਸਵਾਰੀ ਵੇਲੇ, ਨੇਜ਼ਾਬਾਜ਼ੀ ਵੇਲੇ। ਮਾੜਾ ਜਿਹਾ ਧਿਆਨ ਗਿਆ ਨਹੀਂ ਤੇ ਜਾਨ ਗਈ ਨਹੀਂ ਬਸ। ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਆਪ ਜੀ ਸਨੱਧ-ਬੱਧ ਮਹਾਬਲੀ ਯੋਧੇ ਅਤ ਰਥੀ ਸੂਰਮੇ ਹੋ ਗਰੀਬ ਨਿਵਾਜ ਮਹਾਰਾਜ। ਤੇ ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਈ। ਗੁਰੂ ਰੂਪ ਧਾਰੇ ਨਮੋ ਲੇਹੋ ਮੋਰੀ। ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਈ। ਆਪ ਜੀ ਦਾ ਬਾਸਾ ਸਦਾ ਗਿਆਨ ਅਤੇ ਧਿਆਨ ਵਿੱਚ ਹੈ। ਮਹਾ ਗਿਆਨੀ ਤੇ ਮਹਾ ਧਿਆਨੀ ਹੋ ਆਪ। ਪਰੰ ਬ੍ਰਹਮ ਨਾਥੰ ਲਖੇ ਨਾਹਿ ਕੋਈ। ਆਪ ਜੀ ਪਰਾਰੂਪ ਬ੍ਰਹਮ ਹੋ, ਸੰਸਾਰ ਦੇ ਮਾਲਕ ਹੋ। ਜੀ ਹਾਂ, ਆਪ ਜੀ ਨੂੰ ਕੋਈ ਨਹੀਂ ਜਾਣ ਸਕਦਾ। ਅਸ਼ੁੱਧ ਮਨ ਕਰਕੇ ਅਲਖ ਹੋ ਆਪ। ਕਲਾ ਜਾਲ ਧਾਰੋ ਕਰਾਮਾਤ ਗੋਈ। ਮਹਾਰਾਜ ਬਹੁਤ ਵੱਡੀ ਕਲਾ ਦੇ ਮਾਲਕ ਹੋ ਆਪ। ਜਾਲ ਕਹੀਏ ਸਮੂਹ ਸ਼ਕਤੀਆਂ ਆਪ ਜੀ ਦੇ ਚਰਨਾਂ 'ਚ ਉਤਪੰਨ ਹੁੰਦੀਆਂ ਨੇ। ਬਾਵਜੂਦ ਇਹਦੇ ਕਰਾਮਾਤ ਗੋਈ, ਕਰਾਮਾਤ ਨੂੰ ਆਪ ਜੀ ਨੇ ਲੁਕੋਇਆ ਹੋਇਆ। ਸਰਬ ਸ਼ਕਤੀਮਾਨ ਹੋ, ਫਿਰ ਵੀ ਮਾਨਵੀ ਲੀਲਾ ਕਰਦੇ ਹੋ ਆਪ। ਨਿਰਾਲੰਬ ਨਾਥੰ ਨਿਰਾਲੰਬ ਚਿਤਰੰ। ਮਹਾਰਾਜ ਆਪ ਜੀ ਨਿਰਾਲੰਬ ਹੋ, ਬਿਨਾਂ ਕਿਸੇ ਦੇ ਆਸਰੇ ਤੋਂ ਆਪ। ਸਾਰੇ ਸੰਸਾਰ ਨੂੰ ਆਸਰਾ ਦੇਣ ਵਾਲੇ, ਪਰ ਤੁਹਾਨੂੰ ਆਸਰਾ ਦੇਣ ਵਾਲਾ ਕੋਈ ਨਹੀਂ ਗਰੀਬ ਨਿਵਾਜ ਮਹਾਰਾਜ। ਔਰ ਨਾਥ ਮਾਲਕ ਹੋ, ਨਿਰਾਲੇ ਹਨ ਬਚਿੱਤਰ ਆਪ ਜੀ ਦੇ ਕੌਤਕ। ਜਿਹੜੇ ਤੁਹਾਡੇ ਚਰਿੱਤਰ ਹਨ, ਕੌਤਕ ਨੇ, ਚਲਤ ਹਨ, ਉਹ ਬੜੇ ਦੁਨੀਆ ਤੋਂ ਨਿਆਰੇ ਹਨ। ਪ੍ਰਭੂ ਹੋ ਵਿਭੂ ਹੋ ਅਭੈ ਹੋ ਪਵਿੱਤਰੰ। ਪ੍ਰਭੁਤਾ ਦੇ ਮਾਲਕ ਹੋ ਆਪ, ਭੈ ਤੋਂ ਰਹਿਤ ਹੋ। ਜੀ ਹਾਂ, ਮਹਾ ਪਵਿੱਤਰ ਹੋ ਆਪ। ਕਲੀ ਕਾਲ ਮੈਂ ਪੰਥ ਕੀਨੋ ਸੁਖਾਰੇ। ਮਹਾਰਾਜ ਇਹ ਕਲਯੁਗ ਦੇ ਵਿੱਚ ਇਹ ਬੜਾ ਸੁਖੱਲਾ, ਕਲਯੁਗ ਨਾਨਕ ਨਾਮ ਸੁਖੱਲਾ, ਬੜਾ ਸੁਖੱਲਾ, ਬੜਾ ਸੌਖਾ ਰਾਹ ਚਲਾਇਆ ਆਪ ਜੀ ਨੇ ਗੁਰਮਤਿ ਦਾ। ਨਿਜੰ ਦਾਸ ਦੈਹੋਂ ਪਦੇਸੰ ਉਦਾਰੇ। ਮਹਾਰਾਜ ਆਪਣੇ ਦਾਸਾਂ ਨੂੰ ਉਪਦੇਸ਼ ਦੇ ਕੇ ਉਧਾਰ ਕਰਨ ਵਾਲੇ ਹੋ, ਸੁਭ ਸਿੱਖਿਆ ਦੇ ਕੇ ਮੁਕਤ ਕਰਨ ਵਾਲੇ ਹੋ। ਬਿਨਾ ਦੰਭ ਹਵੈ ਕੈ ਭਜੈ ਸਚ ਨਾਮ। ਇਹ ਸਤਿਗੁਰੂ ਗਰੀਬ ਨਿਵਾਜ ਜੋ ਵੀ ਬਿਨਾ ਦੰਭ ਪਖੰਡ ਤੋਂ, ਬਿਨਾ ਵਿਖਾਵੇ ਤੋਂ ਹੋ ਕੇ ਆਪ ਜੀ ਦਾ ਨਾਮ ਭਜਨ ਕਰਦਾ, ਬੰਦਗੀ ਕਰਦਾ। ਨਾਮ ਜਪਣ ਵਾਲੇ ਨੂੰ ਸਾਧ ਸੰਗਤ ਜੀ ਪਖੰਡ ਦਾ ਮੌਕਾ ਮਿਲਦਾ ਮਾਫ ਕਰਨਾ। ਦੁਨੀਆ ਪੂਜਦੀ ਹੈ ਜਿਸ ਧਨ ਕਾਰਨ ਵਾਸਤੇ, ਸੋ ਜਗਤ ਕਰੇ। ਜਿਵੇਂ ਉਹ ਬਚਨ ਆਉਂਦੇ ਜਨਮ ਸਾਖੀ 'ਚ, ਸੋ ਧਨ ਹਰ ਕੇ ਭਗਤ ਕੋ
ਸੋ ਆਉਂਦੇ ਨੇ ਕਿ ਜਿਸ ਧਨ ਦੇ ਵਾਸਤੇ ਲੋਕ ਯਤਨ ਕਰਦੇ ਨੇ ਉਹ ਧਨ ਪਰਮੇਸ਼ਰ ਦੇ ਭਗਤ ਵਾਸਤੇ ਆਪੇ ਚੱਲ ਕੇ ਆਉਂਦਾ। ਇਸ ਕਰਕੇ ਜਿਹੜਾ ਕੋਈ ਭਜਨ ਕਰਦਾ ਸਾਧ ਸੰਗਤ ਜੀ, ਦੁਨੀਆ ਉਹਦੇ ਮਗਰ ਜੁੜਦੀ ਹੈ। ਅਸਲ ਵਿੱਚ ਦੁਨੀਆ ਨਹੀਂ ਮਗਰ ਜੁੜਦੀ, ਉਹਦੀ ਪ੍ਰੀਖਿਆ ਹੁੰਦੀ ਹੈ। ਸਚਾਈ ਤੇ ਇਹ ਹੈ, ਉਹਦੀ ਪਰਖ ਹੋ ਰਹੀ ਹੈ। ਉਹ ਹਰ ਇੱਕ ਕਰਮ ਨੂੰ ਪਰਖ ਸਮਝੇਗਾ ਤੇ ਤਾਂ ਕਿਸੇ ਮੰਜ਼ਿਲ ਤੇ ਪਹੁੰਚੇਗਾ, ਨਹੀਂ ਤੇ ਬੜਾ ਔਖਾ ਜੀ ਕੰਮ। ਉਹਦੇ ਖਜੂਰ ਤੋਂ ਡਿੱਗਿਆ ਬੰਦਾ ਖਜੂਰਾਂ ਦੇ ਕੀ ਖਾਣੀ ਹੈ, ਉਲਟਾ ਉਹ ਮਰਦਾ ਹੈ। ਉਹਦੇ ਨੂੰ ਚੰਗਾ ਨਾ ਚੜਦਾ ਜੇ ਥੱਲੇ ਵੇਖਣਾ ਸੀਗਾ ਤੇ ਮਰਦਾ ਤੇ ਨਾ। ਤੋ ਇਸੇ ਪ੍ਰਕਾਰ ਜੇ ਇਸ ਰਾਹ ਤੇ ਕੋਈ ਚੱਲ ਪਿਆ, ਫਿਰ ਸਾਧ ਸੰਗਤ ਜੀ ਪਖੰਡ ਨੂੰ ਨੇੜੇ ਨਹੀਂ ਆਉਣ ਦੇਣਾ ਚਾਹੀਦਾ। ਸਭ ਤੋਂ ਜ਼ਿਆਦਾ ਨੁਕਸਾਨ ਸਾਧ ਸੰਗਤ ਜੀ ਕੱਚੇ ਸ਼ਰਧਾਲੂ ਕਰਦੇ ਨੇ ਮਹਾਤਮਾ ਦਾ। ਇਹ ਸਚਾਈ ਹੈ। ਅਸੀਂ ਲੋਕ, ਗ੍ਰਸਤੀ ਲੋਕ, ਸਾਧ ਸੰਗਤ ਜੀ ਕਿੰਨੇ ਗੁਰਮੁਖ ਨਾਮ ਜਪਣ ਵਾਲੇ ਨੂੰ ਥੱਲੇ ਸੁੱਟਦੇ ਆ, ਸਾਨੂੰ ਪਤਾ ਹੀ ਨਹੀਂ। ਅਸੀਂ ਵੀ ਬੜਾ ਵੱਡਾ ਪਾਪ ਕਰਦੇ ਹਾਂ। ਜੇ ਸਾਡੇ ਸਾਹਮਣੇ ਕੋਈ ਨਾਮ ਜਪਦਾ, ਸਾਨੂੰ ਪਤਾ ਹੈ ਪਰਮੇਸ਼ਰ ਦਾ ਨਾਮ ਜਪਦਾ, ਉਹਦੇ ਲਈ ਹੋਰ ਅਰਦਾਸ ਕਰੋ ਕਿ ਉਹ ਮੋਕਸ਼ ਨੂੰ ਪ੍ਰਾਪਤ ਹੋਵੇ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋਵੇ। ਕੀ ਉਹਦੀਆਂ ਵਡਿਆਈਆਂ ਕਰਨੀਆਂ, ਕੀ ਉਹਦੇ ਜਾ ਕੇ ਪੈਰਾਂ ਤੇ ਮੱਥਾ ਟੇਕਣਾ। ਅਸੀਂ ਉਹਦੇ ਪੁੰਨ ਖਤਮ ਕਰਦੇ ਹਾਂ। ਹਾਂ, ਜੇ ਸਾਡੇ ਮਨ ਵਿੱਚ ਉਹਦੇ ਪ੍ਰਤੀ ਸਤਿਕਾਰ ਆ, ਪਿਆਰ ਆ, ਤੇ ਸਹੀ ਅਰਥਾਂ ਵਿੱਚ ਸਾਡੇ ਮਨ 'ਚ ਤਾਂ ਪਿਆਰ ਤੇ ਸਤਿਕਾਰ ਹੋਵੇਗਾ ਜੇ ਉਹਦੇ ਵਰਗਾ ਬਣਨ ਦਾ ਅਸੀਂ ਯਤਨ ਕਰੀਏ। ਤੋ ਇਸੇ ਪ੍ਰਕਾਰ ਅਸੀਂ ਉਹਦੇ ਹਿਰਦੇ ਵਿੱਚ ਸੂਖਮ ਹਉਮੈ ਜਿਹੜੀ ਹੈ ਉਹ ਪੈਦਾ ਕਰਦੇ ਹਾਂ। ਮਾਫ ਕਰਨਾ, ਅਸੀਂ ਉਹਦੇ ਦੁਸ਼ਮਣ ਹਾਂ। ਉਹ ਇਹ ਗੱਲ ਹੋ ਗਈ ਜਿਵੇਂ ਉਹ ਸਰਪਨ ਹੋਏ ਕਿ ਉਤਰੇ ਜਾਏ ਆਪਣੇ ਖਾਏ। ਜਿਹੜੀ ਸਪਣੀ ਹੁੰਦੀ ਹੈ ਨਾ, ਇਹ ਕਈ ਬੱਚਿਆਂ ਨੂੰ ਜਨਮ ਦਿੰਦੀ, ਸ਼ਾਇਦ ਆਪ ਜੀ ਨੂੰ ਪਤਾ ਹੋਵੇ। ਸਪਣੀ ਦੇ ਆਂਡੇ ਹੁੰਦੇ ਨੇ, ਕਈ ਬੱਚਿਆਂ ਨੂੰ ਜਨਮ ਦਿੰਦੀ ਹੈ। ਪਰ ਉਹਦਾ ਪਿਆਰ ਕਰਨ ਦਾ ਤਰੀਕਾ ਵਿਚਾਰੀ ਦਾ ਇਹੋ ਜਿਹਾ, ਆਪਣੇ ਬੱਚਿਆਂ ਨੂੰ ਚੁੰਮਦੀ ਝੱਟਦੀ ਹੈ ਪਰ ਖਾਈ ਜਾਂਦੀ, ਨਿਗਲੀ ਜਾਂਦੀ ਆ। ਉਹਦਾ ਤਰੀਕਾ ਹੀ ਇਹੋ ਜਿਹਾ, ਕਰੇ ਕੀ ਉਹ। ਸਾਧ ਸੰਗਤ ਜੀ ਅਸੀਂ ਫਿਰ ਉਹਨਾਂ ਵਰਗੇ ਹੋ ਗਏ, ਭਾਵੇਂ ਅਸੀਂ ਅਣਜਾਣ ਪੁਣੇ 'ਚ ਕਰਦੇ ਹਾਂ। ਜੇ ਕੋਈ ਪਰਮੇਸ਼ਰ ਦਾ ਪਿਆਰਾ ਨਾਮ ਜਪਦਾ, ਉਹਦਾ ਸਾਧ ਸੰਗਤ ਜੀ ਸਹੀ ਅਰਥਾਂ 'ਚ ਸਤਿਕਾਰ ਇਹ ਹੈ ਕਿ ਉਹਦੀ ਸੰਗਤ ਕਰਕੇ ਅਸੀਂ ਉਹਦੇ ਵਰਗੇ ਬਣਨ ਦਾ ਯਤਨ ਕਰੀਏ। ਬਾਬਾ ਬੁੱਢਾ ਜੀ ਸਾਹਿਬ ਜੀ ਨੇ ਨਾ ਖੀਰ ਖਾਣੇ ਸਿੱਖ ਨੂੰ ਕਿਹਾ ਸੀ, ਬਚਨ ਆਉਂਦੇ ਗੁਰਪ੍ਰਤਾਪ ਸੂਰੇ ਗ੍ਰੰਥ ਵਿੱਚ, ਸਤ ਸੰਗਤ ਮੈਂ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਤਾਵਨ। ਕਿ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਦਾ ਫਾਇਦਾ ਤਾਂ ਭਲਾ ਵਾ ਵੀ ਜਾਂ ਤੇ ਭਜਨ ਕਰੀਏ ਤੇ ਜਾਂ ਫਿਰ ਸੇਵਾ ਕਰੀਏ। ਉਹਦਾ ਫਿਰ ਸਾਧ ਸੰਗਤ ਜੀ ਫਾਇਦਾ ਨਹੀਂ। ਜੇ ਅਸੀਂ ਸਲਾਹ ਲੈਣਾ ਚਾਹੁੰਦੇ ਹਾਂ, ਗੁਰਮੁਖਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਵਰਗੇ ਬਣਨ ਦਾ ਯਤਨ ਕਰੀਏ ਨਿੱਜੀ ਤੌਰ ਤੇ ਦਿਲ ਵਿੱਚ ਸਤਿਕਾਰ ਰੱਖੀਏ, ਲੋੜ ਪੈਣ ਤੇ ਜਾਨ ਵੀ ਦੇ ਦਈਏ ਉਹਨਾਂ ਦੇ ਵਾਸਤੇ, ਆਪਣਾ ਆਪਾ ਵੀ ਕੁਰਬਾਨ ਕਰ ਦਈਏ। ਪਰ ਕੋਈ ਐਸਾ ਨਾ ਕਰਮ ਕਰ ਦਈਏ ਕਿ ਉਹਨਾਂ ਦੇ ਅੰਦਰ ਸੂਖਮ ਹਉਮੈ ਜਿਹੜੀ ਹੈ ਉਹ ਵੀ ਬਣ ਜਾਵੇ ਤੇ ਆਪਣੀ ਮੰਜ਼ਿਲ ਤੋਂ ਉਹ ਥਿੜਕ ਜਾਣ। ਉਸ ਵੇਲੇ ਨਾਰਦ ਮੁਨ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਿਨਾਂ ਦੰਭ ਤੋਂ ਹੋ ਕੇ ਜਿਹੜਾ ਕੋਈ ਆਪ ਜੀ ਦਾ ਨਾਮ ਜਪੇਗਾ, ਭਜਨ ਕਰੇਗਾ, ਤੇ ਕੀ ਪ੍ਰਾਪਤ ਹੋਵੇਗਾ ਉਸ ਨੂੰ? ਤਜੈ ਦੇਹ ਹੰਤਾ ਲਹੈ ਆਪ ਧਾਮੰ। ਹਾਂ, ਉਹਦਾ ਦੇਹ ਇਤਿਹਾਸ ਛੁੱਟ ਜਾਵੇਗਾ ਤੇ ਲਹੈ ਆਪ ਧਾਮੰ। ਉਹਨੂੰ ਆਪਣਾ ਨਿਜ ਘਰ ਜਿਹੜਾ ਹੈ, ਉਹ ਘਰ ਜਿਹਦਾ ਜ਼ਿਕਰ ਆਉਂਦਾ, ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕਉ ਦੀਆ। ਉਹ ਘਰ ਦੀ ਪ੍ਰਾਪਤੀ ਹੋ ਜਾਵੇਗੀ ਜੇ ਕੋਈ ਬਿਨਾਂ ਦੰਭ ਤੋਂ, ਬਿਨਾਂ ਪਖੰਡ ਤੋਂ, ਜਦੋਂ ਕਿ ਪਖੰਡ ਦਾ ਮੌਕਾ ਮਿਲਦਾ ਹੋਵੇ, ਫਿਰ ਵੀ ਕੋਈ ਨਾਮ ਜਪੇ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਮਹਾ ਮੋਹ ਮਤੰਗ ਸੇਰੰਗ ਸਮਾਨ। ਮਹਾਰਾਜ ਜਿਹੜਾ ਮਹਾ ਮੋਹ ਹੈ, ਮਤੰਗ ਹਾਥੀ ਦੀ ਤਰ੍ਹਾਂ, ਆਪ ਜੀ ਸ਼ੇਰ ਸਮਾਨ ਮੋਹ ਨੂੰ ਖਤਮ ਕਰਨ ਵਾਲੇ। ਵਿਕਾਰੰ ਤਮੰਗ ਦੀਪ ਜੈਸੇ ਪ੍ਰਹਾਨ। ਔਰ ਵਿਕਾਰਾਂ ਦੇ ਤਮ ਅੰਧੇਰੇ ਨੂੰ ਦੀਵੇ ਦੀ ਤਰ੍ਹਾਂ ਆਪ ਨਾਸ਼ ਕਰਨ ਵਾਲੇ, ਕੋਟ ਸੂਰ ਨਾਨਕ ਪ੍ਰਗਾਸ ਹੋ। ਭਏ ਬੰਸ ਬੇਦੀਨ ਕੇ ਭਾਨ ਜੋਏ। ਔਰ ਕਹਿੰਦੇ ਸਭ ਤੋਂ ਪਹਿਲਾਂ ਆਪ ਜੀ ਬੇਦੀ ਬੰਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ। ਪੁਨੰਗ ਤੇਹਣੰਗ ਬੰਸ ਕੇ ਚੰਦ ਹੋਏ। ਉਸ ਵੇਲੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਰੂਪ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਆਪ ਜੀ। ਪਿਤਾ ਮੋਹਰੀ ਕੇ ਧਰਿਓ ਰੂਪ ਫੇਰ। ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਰੂਪ ਹੋ ਗਏ। ਗੁਰੂ ਰਾਮਦਾਸੰ ਪ੍ਰਕਾਸ਼ੰ ਕਨੇਰ। ਉਪਰੰਤ ਆਪ ਜੀ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਰੂਪ ਹੋਏ, ਜਿਨ੍ਹਾਂ ਨੇ ਮਹਾਪ੍ਰਕਾਸ਼ ਗਿਆਨ ਦਾ ਸੰਸਾਰ ਤੇ ਕੀਤਾ। ਭਏ ਸਤ ਰੂਪੰ ਰਚੋ ਗ੍ਰੰਥ ਬਾਨੰ। ਉਸ ਤੋਂ ਉਪਰੰਤ ਆਪ ਜੀ ਨੇ ਪੰਜਵਾਂ ਰੂਪ ਧਾਰਨ ਕੀਤਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਮਹਾ ਸ਼ਾਂਤ ਰੂਪ ਹੋਏ ਆਪ,
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਸਵਾਰਾ ਤਿਆਰ ਕਰਿਆ। ਸੁਦਾਤਾ ਲਕੀਨੇ ਅਘੰਦਾਸ ਹਾਨੀ। ਤੇ ਸੁਦਾ ਅੰਮ੍ਰਿਤਸਰ ਸਾਹਿਬ ਜੀ ਦਾ ਸਰੋਵਰ ਜਿਹੜਾ ਉਹ ਰਚਿਆ ਤਾਂ ਕਿ ਦਾਸਾਂ ਦੇ ਪਾਪ ਗੁਨਾਹ ਜਿਹੜੇ ਨੇ ਮੁਆਫ ਹੋ ਸਕਣ। ਪਿਤਾ ਆਪ ਕੇ ਤੀਰ ਧਾਰੀ ਤਰਾਸੀ। ਉਸ ਤੋਂ ਬਾਅਦ ਆਪ ਜੀ ਦੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਾਨ ਨੇ ਇਹ ਕੌਤਕ ਕੀਤੇ ਤੇ ਨਵਾਂ ਰੂਪ ਪਲਟਿਆ। ਗੁਰੂ ਪੰਜ ਦੇਸਾਨ ਸਿੱਖੀ ਪ੍ਰਕਾਸ਼ੀ। ਇਸ ਤਰ੍ਹਾਂ ਪੰਜ ਗੁਰੂਆਂ ਨੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਾਨ ਨੇ ਸਾਧ ਸੰਗਤ ਜੀ 72 ਪੀੜੇ 22 ਮੰਜੀਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਾਨ ਨੇ ਮਸੰਦ ਪ੍ਰਥਾ। ਗੁਰੂ ਅਰਜਨ ਦੇਵ ਜੀ ਮਾਨ ਨੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਭੇਜਿਆ। ਧਰਿਓ ਆਪ ਰੂਪੰ ਮਹਾ ਸ਼ਸਤਰ ਧਾਰੀ। ਤੇ ਹੁਣ ਮਹਾਰਾਜ ਆਪ ਜੀ ਨੇ ਬੜਾ ਵੱਡਾ ਕੌਤਕ ਕੀਤਾ। ਹੁਣ 6ਵਾਂ ਰੂਪ ਧਾਰਨ ਕੀਤਾ, ਮਹਾਨ ਸ਼ਸਤਰਧਾਰੀ ਰੂਪ। ਗੁਰੂ ਪੰਜ ਤੇ ਔਰ ਰੀਤੰ ਸੁਦਾਰੀ। ਤੇ ਪੰਜ ਗੁਰੂ ਜੀ ਮਹਾਰਾਜ ਉਹ ਸ਼ਾਂਤੀ ਦਾ ਰੂਪ ਹੋਏ ਨੇ। ਆਪ ਨੇ ਵੀਰਸੀ ਰੂਪ ਧਾਰਨ ਕੀਤਾ। ਇਹ ਨਵੀਂ ਰੀਤੀ ਚਲਾਈ ਹੈ। ਧਰੀ ਤੇ ਕਪੀਰੀ ਰੋ ਮੀਰੀ ਪ੍ਰਕਾਸ਼ੀ। ਇਸ ਤੋਂ ਬਾਅਦ ਪੀਰੀ ਅਤੇ ਮੀਰੀ ਦੀ ਤਲਵਾਰ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਮੀਰੀ ਅਤੇ ਪੀਰੀ ਰਾਜਨੀਤੀ ਔਰ ਧਰਮ ਇਹਨਾਂ ਨੂੰ ਆਪ ਜੀ ਨੇ ਇਕੱਤਰਤ ਕੀਤਾ। ਕਰਿਓ ਕਿਉਂ ਨਾ ਕਾਜੰ ਜਥਾ ਸ਼ਤਰੂ ਨਾਸੀ। ਔਰ ਕਿਹਾ ਕਿ ਹੁਣ ਐਸਾ ਕੋਈ ਕਾਰਜ ਕਿਉਂ ਨਹੀਂ ਕਰਦੇ ਕਿ ਜਿਹੜੇ ਸ਼ਤਰੂ ਦੁਸ਼ਮਣ ਹਨ ਉਹਨਾਂ ਦਾ ਨਾਸ਼ ਹੋਵੇ। ਦਇਆ ਸਿੰਧ ਸੀਲੰ ਕੁਚਾਲੀ ਪ੍ਰਣਾਸੀ। ਆਪ ਜੀ ਦਇਆ ਸਿੰਧ ਹੋ, ਜੀ ਹਾਂ, ਸੀਲ ਸੁਭਾਅ ਦੇ ਮਾਲਕ ਹੋ ਜੀ। ਕੁਚਾਲੰ ਪ੍ਰਣਾਸੀ, ਜਿਹੜੀਆਂ ਖੋਟੀਆਂ ਚਾਲਾਂ ਬਦਫੈਲੀਆਂ ਕੁਕਰਮਾਂ ਦੀਆਂ ਰੀਤੀਆਂ ਹਨ ਇਹਨਾਂ ਦਾ ਨਾਸ਼ ਕਰਨ ਵਾਲੇ ਹੋ ਆਪ। ਕਰੋ ਆਪ ਲੀਲਾ ਜਥਾ ਮਾਨਵਾਸੀ। ਮਹਾਰਾਜ ਇੰਨੀ ਵੱਡੀ ਕਲਾ ਆਪ ਜੀ ਦੀ, ਪਰ ਲੀਲਾ ਤੁਸੀਂ ਮਾਨਵੀ ਕਰਦੇ ਆ। ਆਪ ਇਸ ਤਰ੍ਹਾਂ ਦੇ ਕੌਤਕ ਕਰਦੇ ਆ ਜਥਾ ਮਾਨਵਾਸੀ, ਜਿਹਨੇ ਕੋਈ ਸਧਾਰਨ ਮਨੁੱਖ ਹੋਵੇ। ਇਹ ਭੁਲੇਖਾ ਪਾਉਂਦੇ ਆਪ ਜੀ ਨੂੰ। ਸਾਧ ਸੰਗਤ ਦੀ ਬਾਣੀ ਦੇ ਵਿੱਚ ਬਚਨ ਆਉਂਦਾ, ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜੀਵੋ ਮੇਰੀ ਮਾਈ। ਬੜੇ ਪਿਆਰੇ ਇਹਦੇ ਅਰਥ ਨੇ। ਭਗਤ ਜੀ ਕਹਿੰਦੇ ਰੱਬ ਠੱਗ ਆਖੇ, ਰੱਬ ਤੋਂ ਵੱਡਾ ਕੋਈ ਠੱਗ ਨਹੀਂ ਹੈਗਾ ਜੀ। ਬਾਣੀ ਕਹਿੰਦੀ ਅਸੀਂ ਨਹੀਂ। ਹਰ ਠੱਗ ਜਗ ਕੋ ਠਗੌਰੀ ਲਾਈ। ਠਗੌਰੀ ਦੇ ਅਰਥ ਨੇ ਠੱਗ ਬੂਟੀ। ਇੱਕ ਬੂਟੀ ਹੁੰਦੀ ਸੀ, ਠੱਗ ਪਹਿਲਾਂ ਸੰਘਾ ਦਿੰਦੇ ਸੀਗੇ, ਆਦਮੀ ਮਦਹੋਸ਼ ਹੋ ਜਾਂਦਾ ਸੀਗਾ। ਜਿਵੇਂ ਅੱਜ ਕੱਲ੍ਹ ਵੀ ਕਈ ਤਰ੍ਹਾਂ ਦੇ ਕੈਮੀਕਲ ਆਉਂਦੇ ਨੇ। ਮਹਾਰਾਜ ਕਹਿੰਦੇ ਪਰਮੇਸ਼ਰ ਠੱਗ ਹੈ ਤੇ ਉਹਨੇ ਸੰਸਾਰ ਨੂੰ ਠੱਗ ਬੂਟੀ ਲਾਈ ਹੋਈ। 3-4 ਤਰ੍ਹਾਂ ਦੇ ਸਾਧ ਸੰਗਤ ਜੀ ਇਹ ਤਰੀਕੇ ਹੁੰਦੇ। ਇੱਕ ਹੁੰਦੀ ਚੋਰੀ, ਇੱਕ ਹੁੰਦੀ ਡਕੈਤੀ, ਔਰ ਇੱਕ ਹੁੰਦੀ ਠੱਗੀ, ਔਰ ਇੱਕ ਹੁੰਦਾ ਹੈ ਧਾੜਵੀ, ਇੱਕ ਹੁੰਦੇ ਰਾਹ ਮਾਰ। ਇਸ ਤਰ੍ਹਾਂ ਇਹ ਇੱਕ ਹੁੰਦਾ ਤਸਕਰ, ਜਿਹੜਾ ਇੱਧਰ ਦੀ ਵਸਤੂ ਉਧਰੋਂ ਜਾ ਕੇ ਵੇਚੇ, ਜਿਹੜੀ ਬੈਨ ਹੋਵੇ ਉਹਨੂੰ ਸਾਧ ਸੰਗਤ ਜੀ ਤਸਕਰ ਕਹਿੰਦੇ ਨੇ, ਸਮਗਲਰ। ਜਿਹੜਾ ਚੋਰੀ ਕਰੇ ਰਾਤ ਬਰਾਤੇ ਹਨੇਰੇ ਵਿੱਚ ਉਹਨੂੰ ਚੋਰ ਕਹਿੰਦੇ ਨੇ। ਔਰ ਇਸੇ ਪ੍ਰਕਾਰ ਜਿਹੜਾ ਜਾ ਕੇ ਧਾਵਾ ਬੋਲ ਦਵੇ ਫੌਜਾਂ ਦੇ ਸਮੇਤ ਉਹਨੂੰ ਧਾੜਵੀ ਕਹਿੰਦੇ ਨੇ। ਔਰ ਡਾਕਾ ਆਦਿਕ ਪਾਉਣਾ। ਔਰ ਇੱਕ ਰਾਹ ਮਾਰ ਹੁੰਦੇ ਸੀਗੇ ਪਹਿਲਾਂ ਲੋਕ, ਪੈਦਲ ਇਤਿਆਦਿਕ ਰਥਾਂ ਆਦਿਕ ਤੇ ਜਾਇਆ ਕਰਦੇ, ਲੁੱਕ ਜਾਣਾ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਉਹਨੂੰ ਰਾਹ ਮਾਰ। ਜਿਵੇਂ ਨਾਦਰ ਸ਼ਾਹ ਜਿਹੜਾ ਸੀਗਾ ਇਹ ਵੀ ਸਾਧ ਸੰਗਤ ਜੀ ਰਾਹ ਮਾਰ ਹੀ ਸੀ। ਇੱਕ ਸਾਧ ਸੰਗਤ ਜੀ ਠੱਗ ਹੁੰਦੇ ਨੇ। ਠੱਗ ਉਹ ਹੁੰਦਾ ਜਿਹੜਾ ਸਾਨੂੰ ਗੱਲਾਂ ਦੇ ਵਿੱਚ ਉਲਝਾ ਕੇ ਵਹਿੰਦਿਆਂ ਵਹਿੰਦਿਆਂ ਚੋਰੀ ਕਰੇ, ਵਹਿੰਦਿਆਂ ਵਹਿੰਦਿਆਂ ਹੀ ਸਾਨੂੰ ਸਾਰਾ ਕੁਝ ਲੁੱਟ ਕੇ ਲੈ ਜਾਵੇ। ਉਹਨੂੰ ਠੱਗ ਕਹਿੰਦੇ। ਰੱਬ ਨੂੰ ਚੋਰ ਨਹੀਂ ਆਖਿਆ, ਰੱਬ ਨੂੰ ਠੱਗ ਆਖਿਆ। ਉਹਨੇ ਸਾਨੂੰ ਠੱਗਿਆ। ਠੱਗ ਕੀ ਕਰਦਾ? ਭੁਲੇਖਾ ਪਾਉਂਦਾ। ਰੱਬ ਨੇ ਸਾਧ ਸੰਗਤ ਜੀ ਸਾਨੂੰ ਠੱਗਿਆ ਹੋਇਆ, ਸਾਨੂੰ ਭੁਲੇਖਾ ਪਾਇਆ, ਹਉਮੈ ਦਾ ਭੁਲੇਖਾ ਪਾਇਆ। ਕਰਦਾ ਸਾਰਾ ਕੁਝ ਆਪ ਜੇ, ਦੁਹਾਈ RAM ਕੀ, ਸਭ ਕੁਝ ਆਪ ਕਰਦਾ ਜੇ ਉਹ, ਪਰ ਸਾਨੂੰ ਭੁਲੇਖਾ ਪਾਉਂਦਾ। ਕੋਈ ਨਾ ਕੋਈ ਐਸੀ ਨਿਸ਼ਾਨੀ ਉਹ ਛੱਡ ਜਾਂਦਾ, ਐਸਾ ਬਹਾਨਾ ਛੱਡ ਜਾਂਦਾ ਕਿ ਸਾਨੂੰ ਲੱਗੇ ਸਾਰਾ ਕੁਝ ਮੈਂ ਹੀ ਕੀਤਾ। ਕਿ ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜੀਵੋ ਮੇਰੀ ਮਾਈ। ਇਹ ਪਰਮੇਸ਼ਰ ਦੀ ਸਾਧ ਸੰਗਤ ਜੀ ਮਾਨਵੀ ਲੀਲਾ ਹੈ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ, ਕਹਿ ਜਾਣੇ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ। ਇਹਦੇ ਅਰਥ ਬੜੇ ਪਿਆਰੇ ਸਾਨੂੰ ਪੜਾਏ। ਜਿਵੇਂ ਸਾਧ ਸੰਗਤ ਜੀ ਬਾਹਰ ਕੀ ਹੋ ਰਿਹਾ ਸਾਨੂੰ ਨਹੀਂ ਪਤਾ, ਤੇ ਅੰਦਰ ਕੀ ਹੋ ਰਿਹਾ ਬਾਹਰ ਵਾਲੇ ਲੋਕਾਂ ਨੂੰ ਨਹੀਂ ਪਤਾ। ਜਿਵੇਂ ਸਾਹਮਣੇ ਲੋਕ ਸੈਲਫੀਆਂ ਲੈ ਰਹੇ, ਫੋਟੋਆਂ ਖਿੱਚ ਰਹੇ, ਇਹਨਾਂ ਨੂੰ ਕੁਝ ਨਹੀਂ ਪਤਾ ਅੰਦਰ ਕੀ ਹੋ ਰਿਹਾ। ਆਵਾਜ਼ ਜਾ ਰਹੀ ਉਹ ਗੱਲ ਵੱਖਰੀ। ਜਿਹੜਾ ਗੁਰੂ ਕਾ ਦਰਬਾਨ ਹੈ, ਮਾਨਯੋਗ ਬਜ਼ੁਰਗ ਭਾਈ ਸਾਹਿਬ ਹਰ ਰੋਜ਼ ਮਹਾਰਾਜ ਦੇ ਦਰਵਾਜ਼ੇ ਤੇ ਖਲੋਂਦੇ ਚੋਭ ਲੈ ਕੇ, ਇਹਨਾਂ ਨੂੰ ਇਹ ਵੀ ਪਤਾ ਅੰਦਰ ਕੀ ਹੋ ਰਿਹਾ, ਬਾਹਰ ਵੀ ਪਤਾ ਕੀ ਹੋ ਰਿਹਾ। ਉਹਨੂੰ ਸਾਧ ਸੰਗਤ ਜੀ ਦਰਬਾਨ ਕਹਿੰਦੇ ਨੇ। ਭਗਤ ਜੀ ਕਹਿੰਦੇ ਕਬੀਰ ਸਾਰੀ ਸਿਰਜਣਹਾਰ ਕੀ,
ਕਹਿੰਦੇ ਇਹ ਜਿਹੜੀ ਸੰਸਾਰ ਆ ਨਾ, ਇਹ ਰੱਬ ਦੀ ਖੇਡ ਆ, ਨਰਦਾਂ ਦੀ ਖੇਡ ਆ। ਨਰਦਾਂ ਦੀ ਖੇਡ ਹੁੰਦੀ ਸੀ ਪਹਿਲਾਂ। ਕਹਿੰਦੇ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਈ, ਇਹਨੂੰ ਕੋਈ ਨਹੀਂ ਜਾਣਦਾ। ਕਹਿ ਜਾਣੈ ਆਪਨ ਧਨੀ, ਆਪਨ ਉਹ ਆਪ ਧਨੀ ਕਹੀਏ ਮਾਲਕ, ਗੁਜਰਾਤ ਦੀ ਭਾਸ਼ਾ। ਕਹਿੰਦੇ ਜਾਂ ਤਾਂ ਉਹ ਮਾਲਕ ਆਪ ਜਾਣਦਾ, ਬੰਗਾਲ ਵਿੱਚ ਵੀ ਧਨੀ ਮਾਲਕ ਨੂੰ ਕਹਿੰਦੇ। ਤੇ ਕਹਿ ਦਾਸ ਦੀਵਾਨੀ ਹੋਏ, ਦੀਵਾਨੀ ਦੇ ਅਰਥ ਨੇ ਦਰਬਾਨ, ਜਿਹੜੇ ਉਹਦੇ ਦਰਬਾਨ ਨੇ ਉਹ ਜਾਣਦੇ ਨੇ, ਬਾਕੀ ਕੋਈ ਨਹੀਂ ਜਾਣਦਾ। ਜਿਹੜੇ ਉਹਦੇ ਦਰਬਾਨ ਨੇ, ਪਹਿਰੇਦਾਰ ਨੇ। ਇਹ ਸਾਧ ਸੰਗਤ ਜੀ ਰੱਬ ਦੀ ਖੇਡ ਆ, ਸਾਰਾ ਉਹਦਾ ਹੀ ਚੋਜ ਆ, ਉਹਦੀ ਮੌਜ ਆ। ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਸਾਨੂੰ ਉਹਨੇ ਠੱਗਿਆ ਹੋਇਆ, ਸਾਨੂੰ ਲੁੱਟਿਆ ਹੋਇਆ। ਅਸੀਂ ਬਾਹਰ ਦੇਖਦੇ ਹਾਂ ਬਾਹਰ ਕੀ ਹੋ ਰਿਹਾ, ਅੰਦਰ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਚੱਲ ਰਿਹਾ। ਤੇ ਜੇ ਅਸੀਂ ਅੰਦਰ ਆ ਸਾਨੂੰ ਬਾਹਰ ਦਾ ਨਹੀਂ ਪਤਾ ਚੱਲਦਾ। ਹਾਂ, ਜੇ ਅਸੀਂ ਦਰਬਾਨ ਬਣ ਜਾਈਏ, ਦਰਵਾਜ਼ੇ ਤੇ ਖਲੋ ਜਾਈਏ, ਰੱਬ ਦੇ ਦਰ ਘਰ ਤੇ ਖਲੋ ਜਾਈਏ, ਫਿਰ ਸਾਨੂੰ ਅੰਦਰ ਦੀਆਂ ਖੇਡਾਂ ਵੀ ਪਤਾ ਲੱਗਣਗੀਆਂ, ਸਾਨੂੰ ਬਾਹਰ ਦੀਆਂ ਵੀ ਖੇਡਾਂ ਪਤਾ ਲੱਗਣਗੀਆਂ। ਸਤਿਗੁਰੂ ਜੀ ਮਾਨ ਨੇ ਸਾਧ ਸੰਗਤ ਜੀ ਜਿਤਨੇ ਵੀ ਕੌਤਕ ਕੀਤੇ, ਮੈਂ ਕਹਿਣਾ ਇਹ ਚਾਹੁੰਦਾ ਅਖੀਰ ਵਿੱਚ, ਉਹ ਸਾਰੇ ਮਨੁੱਖੀ ਲੀਲਾ ਕੀਤੀ। ਸਾਡੇ ਮਨਾਂ ਵਿੱਚ ਕਈ ਵਾਰੀ ਸੰਸ਼ੇ ਪੈਦਾ ਹੋ ਜਾਂਦੇ ਕਿ ਸਤਿਗੁਰੂ ਜੀ ਮਹਾਰਾਜ ਸਧਾਰਨ ਮਨੁੱਖ ਸਨ, ਆਮ ਬੰਦੇ ਸਨ। ਇਹ ਸਾਧ ਸੰਗਤ ਜੀ ਠੱਗੀ, ਜੇ ਇਸ ਠੱਗੀ ਤੋਂ ਬਚਿਓ, ਕਿਤੇ ਇਸ ਠੱਗੀ ਤੋਂ ਬਚਿਓ। ਸਾਧ ਸੰਗਤ ਜੀ ਜਿਵੇਂ ਬਾਣੀ ਵਿੱਚ ਬਚਨ ਆਉਂਦਾ, ਨਟੂਆ ਭੇਖ ਦਿਖਾਵੇ ਬਹੁਪਿਤ ਜੈਸੋ ਹੈ ਉਹ ਤੈਸੋ ਰੇ। ਪਹਿਲਾਂ ਨਟੂਏ ਹੁੰਦੇ ਸੀਗੇ, ਬਦਾਰੀ ਲੋਕ, ਉਹਨਾਂ ਨੇ ਤਮਾਸ਼ੇ ਕਰਨੇ, ਕਦੀ ਕੰਨ ਚੋਂ ਰੁਪਈਆ ਕੱਢਣਾ, ਨੱਕ ਚੋਂ ਰੁਪਈਆ ਕੱਢਣਾ। ਉਹਦੀ ਹੱਥਾਂ ਦੀ ਸਫਾਈ ਹੁੰਦੀ ਸੀ, ਸਾਰੀ ਦੁਨੀਆ ਹੈਰਾਨ ਹੋ ਜਾਂਦੀ ਸੀ। ਇੱਕ ਬੰਦਾ ਨਹੀਂ ਸੀ ਹੈਰਾਨ ਹੁੰਦਾ, ਕੌਣ? ਉਹਦਾ ਹੈਲਪਰ, ਉਹਦਾ ਬੱਚਾ। ਉਹਨੂੰ ਪਤਾ ਸੀਗਾ ਇਹ ਤੇ ਸਾਰਾ ਇਹਦਾ ਕੌਤਕ ਹੀ ਆ, ਅਸਲ ਵਿੱਚ ਇਹਦਾ ਰੂਪ ਕੁਛ ਹੋਰ ਹੀ ਆ। ਬਾਕੀ ਸਭ ਦੁਨੀਆ ਹੈਰਾਨ ਹੋ ਜਾਂਦੀ ਸੀ, ਸਭ ਮੰਨ ਜਾਂਦੀ ਸੀ ਕਿ ਬੜੀ ਵੱਡੀ ਗੱਲ ਹੋ ਰਹੀ। ਸਾਧ ਸੰਗਤ ਜੀ ਅਸੀਂ ਨਟੂਏ ਦੇ ਹੈਲਪਰ ਬਣੀਏ, ਗੁਰੂ ਦੇ ਕੋਲ ਰਹੀਏ, ਗੁਰੂ ਦੇ ਨਾਲ ਜੁੜੀਏ, ਫਿਰ ਸਾਨੂੰ ਪਤਾ ਲੱਗੇਗਾ ਕਿ ਗੁਰੂ ਤਾਂ ਸਾਧ ਸੰਗਤ ਜੀ ਪਰਮ ਪੁਰਖ ਦੇਵਾਦ ਦੇਵ, ਉਹ ਤਾਂ ਪਰਮ ਪੁਰਖ ਹੈ, ਸਧਾਰਨ ਮਨੁੱਖ ਨਹੀਂ। ਉਹ ਸੋ ਪੁਰਖ ਹੈ, ਉਹ ਅਕਾਲ ਪੁਰਖ ਹੈ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਸਾਨੂੰ ਸੋਝੀ ਹੋਵੇਗੀ। ਅਸੀਂ ਮਤਾ ਕਿਸੇ ਦੇ ਕਹਿਣ ਉੱਪਰ ਸਤਿਗੁਰੂ ਜੀ ਮਾਨ ਨੂੰ ਮਨੁੱਖ ਕਹਿਣ ਲੱਗ ਜਾਈਏ, ਮਨੁੱਖ ਸਮਝਣ ਲੱਗ ਜਾਈਏ, ਇਹ ਸਾਡੇ ਨਾਲ ਠੱਗੀ ਹੈ। ਇਹ ਤੇ ਮਹਾਰਾਜ ਨੇ ਕੌਤਕ ਕੀਤੇ ਨੇ, ਸਾਨੂੰ ਠੱਗਿਆ ਹੋਇਆ, ਪਰ ਅਸੀਂ ਇਸ ਠੱਗੀ ਵਿੱਚ ਨਹੀਂ ਆਉਣਾ। ਅਸੀਂ ਮਹਾਰਾਜ ਦੇ ਉੱਪਰ ਸਾਧ ਸੰਗਤ ਜੀ ਪਰਮੇਸ਼ਰ ਵਾਲੀ ਭਾਵਨਾ ਰੱਖਣੀ ਹੈ ਕਿ ਮੇਰਾ ਗੁਰੂ ਪਰਮੇਸ਼ਰ ਹੈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਤੇ ਨਾਰਦ ਮੁਨ ਕਹਿੰਦਾ ਮਹਾਰਾਜ ਇੰਨੀ ਵੱਡੀ ਲੀਲਾ ਦੇ ਆਪ ਜੀ ਮਾਲਕ ਹੋ ਸਤਿਗੁਰੂ, ਪਰ ਫਿਰ ਵੀ ਕਰੋ ਆਪ ਲੀਲਾ ਜਥਾ ਮਾਨਵਾਸੀ। ਜਿਨੇ ਕੋਈ ਮਨੁੱਖ ਹੋਵੇ ਇਹ ਆਪ ਜੀ ਲੀਲਾ ਕਰਦੇ ਹੋ, ਕੌਤਕ ਕਰਦੇ ਹੋ। ਮਹਾਰਾਜ ਰਾਜਨ ਰਾਜਾ ਤੀ ਰਾਜੰ, ਮਹਾਰਾਜ ਰਾਜਿਆਂ ਦੇ ਮਹਾਰਾਜੇ ਹੋ ਆਪ ਜੀ। ਹਾਂ, ਮਹਾਨ ਰਾਜੇ ਹੋ ਆਪ। ਤੁਹੀ ਦੀਨ ਬੰਧੂ ਸਜੈ ਸੰਤ ਕਾਜੰ, ਮਹਾਰਾਜ ਦੀਨਾ ਬੰਧੂ ਹੋ ਆਪ, ਮਹਾਤਮਾ ਦੇ ਸੰਤਾਂ ਦੇ ਕਾਰਜ ਰਾਸ ਕਰਦੇ ਹੋ। ਨਮੋ ਤੋਏ ਸੁਆਮੀ ਰਸੰ ਬੀਰ ਰਾਚੋ, ਇਹ ਗਰੀਬ ਨਵਾਜ ਸਤਿਗੁਰੂ ਤੈਨੂੰ ਨਮਸਕਾਰ। ਸਤਿਗੁਰੂ ਆਪ ਜੀ ਕਿਰਪਾ ਕਰੋ, 20 ਰਸ ਧਾਰਨ ਕਰੋ। ਬਣੋ ਜੁਦ ਜੈਤਾ ਮਹਾਰੁਦਰ ਮਾਚੋ, ਮਹਾਰਾਜ ਜੁਦ ਜੈਤਾ ਬਣੋ, ਹੁਣ ਖੂਨ ਦੀਆਂ ਧਾਰਾਂ ਵਹਾ ਦਿਓ ਇੱਥੇ ਤੁਰਕੜਿਆਂ ਦੀਆਂ। ਇਸੀ ਹੇਤ ਜਾਨੋ ਆਇਓ ਤੀਰ ਤੇਰੇ, ਮਹਾਰਾਜ ਇਸੇ ਵਾਸਤੇ ਆਪ ਜੀ ਦੇ ਦਰਸ਼ਨ ਕਰਨੇ ਆਏ ਹਾਂ। ਸਵਾਧਾਨ ਹੋ ਜਾ ਸੁਨੋ ਬਾਕ ਮਹਾਰਾਜ ਮੂਰੇ, ਸਾਡੀ ਬੇਨਤੀ ਸੁਣੋ, ਅਸੀਂ ਸੁਨੇਹਾ ਲੈ ਕੇ ਆਏ ਆ, ਤੁਹਾਨੂੰ ਚੇਤਾ ਕਰਾਉਣ ਆਏ ਆ ਮਹਾਰਾਜ। ਤੇ ਹੁਣ ਸਾਵਧਾਨ ਹੋ ਕੇ ਜੰਗ ਯੁੱਧ ਮਚਾਓ ਆਪ। ਦੋਹਰਾ ਇਹ ਅਸ਼ਟਕ ਉਚਰਿਓ ਜਬੈ ਬੈਠ ਉਚਾਰਨ ਫੇਰ, ਉਸ ਵੇਲੇ ਇਹ ਅਸ਼ਟਕ ਉਚਾਰਨ ਕੀਤਾ ਨਾਰਦ ਮੁਨ ਨੇ, ਤੇ ਫਿਰ ਬੈਠ ਗਿਆ ਮਹਾਰਾਜ ਜੀ ਦੇ ਸਨਮੁਖ। ਸ੍ਰੀ ਨਾਨਕ ਕੀ ਵਾਰਤਾ ਕਹਿਣ ਲਗਿਓ ਤਿਸ ਬੇਰ, ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਵਾਰਤਾ ਨਾਰਦ ਮੁਨ ਕਹਿਣ ਲੱਗਿਆ। ਕੀ ਕਹਿਆ? ਚੋਪਈ ਮੋਦੀ ਖਾਨੇ ਸਮੋ ਬਿਤਾਇਓ, ਗੁਰੂ ਨਾਨਕ ਦੇਵ ਜੀ ਮਾਨ ਨੇ ਮੋਦੀ ਖਾਨੇ ਵਿੱਚ ਸਮਾਂ ਬਤੀਤ ਕੀਤਾ। ਦੋਹਰੋ ਕਰਤਾ ਪੁਰਖ ਬੁਲਾਇਓ, ਫਿਰ ਕਰਤਾ ਪੁਰਖ ਨੇ ਵੇਈ ਨਦੀ ਦੇ ਰਾਹੀਂ ਬੁਲਾਇਆ ਉਹਨਾਂ ਨੂੰ। ਵੇਈ ਵਿਖੈ ਵਰਨ ਜਬ ਕਹਿਓ, ਇਸ ਵੇਲੇ ਵੇਈ ਨਦੀ ਦੇ ਰਾਹੀਂ ਵਰਨ ਦੇਵਤੇ ਨੇ ਆਣ ਕੇ ਸੁਨੇਹਾ ਦਿੱਤਾ। ਜਾਏ ਤਹਾਂ ਉਪਦੇਸਣ ਲਹਿਓ, ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਗਏ, ਸੋਦਰ ਜਪ ਸਾਹਿਬ ਉਚਾਰਨ ਕੀਤਾ। ਤਬ ਤੇ ਤਜ ਕਰ ਸਕਲ ਸਮਾਜਾ, ਉਸ ਦਿਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀ ਖਾਨੇ ਇਤਿਆਦਿਕ ਦੀ ਕਾਰ ਛੱਡ ਕੇ ਸਿੱਖੀ ਵਿਸਤਾਰਨ ਕੇ ਕਾਜਾ, ਉਸ ਵੇਲੇ ਸਤਨਾਮ ਦਾ ਚੱਕਰ ਫਿਰਾਉਣ
ਕਮਾਉਣ ਵਾਸਤੇ, ਸਿੱਖੀ ਦਾ ਵਿਸਥਾਰ ਵਾਸਤੇ ਆਪ ਜੀ ਨੇ ਯਾਤਰਾਵਾਂ ਕੀਤੀਆਂ। ਦੇਸ ਵਿਦੇਸ਼ ਧਰਾ ਪਰ ਥਿਰੇ, ਔਰ ਦੇਸ਼ਾਂ ਵਿਦੇਸ਼ਾਂ ਸਾਰੀ ਧਰਤੀ ਉੱਪਰ ਫਿਰੇ ਆਪ। ਸੁਨ ਕਰ ਸਕਲ ਲੋਕ ਮਗ ਪਰੇ, ਤੇ ਮਹਾਰਾਜ ਦਾ ਉਪਦੇਸ਼ ਸੁਣ ਕੇ ਸਾਰੀ ਸ੍ਰਿਸ਼ਟੀ ਨੇ ਲਾਹਾ ਲਿਆ। ਇਸੀ ਰੀਤ ਤੁਮ ਬੀਚ ਕੁਟੰਬ, ਤੇ ਮਹਾਰਾਜ ਇਸੇ ਪ੍ਰਕਾਰ ਮੈਂ ਆਪ ਜੀ ਨੂੰ ਜਿਹੜੀ ਗੁਰੂ ਨਾਨਕ ਦੇ ਘਰ ਦੀ ਨਵੀਂ ਮਰਜ਼ਾਦਾ ਤਬਦੀਲ ਹੋਈ ਹੈ, ਹੁਣ ਪੀਰੀ ਤੋਂ ਮੀਰੀ, ਉਹ ਮੇਰੀ ਡਿਊਟੀ ਲੱਗੀ ਆਪ ਜੀ ਦੇ ਚਰਨਾਂ ਦੇ ਪਾਸ ਬੇਨਤੀ ਕਰਨ ਦੀ। ਸੋ ਮੇਰੇ ਧੰਨ ਭਾਗ ਨੇ, ਮੇਰੀ ਭਗਤੀ ਕਮਾਈ ਸਫਲ ਹੋਈ ਹੈ। ਯੁੱਧ ਕਰਨ ਕੇ ਤੇ ਧਰੀ ਵਿਲੰਬ, ਤੇ ਮਹਾਰਾਜ ਹੁਣ ਕਿਰਪਾ ਕਰੋ, ਦੇਰੀ ਨਾ ਕਰੋ, ਯੁੱਧ ਮਚਾ ਦਿਓ ਸਤਿਗੁਰੂ। ਸੋ ਮੈਂ ਸਿਮਰਨ ਕੋ ਕਰਵਾਵਾਂ, ਮਹਾਰਾਜ ਉਹ ਆਪ ਜੀ ਦੇ ਤਾਈ ਬੇਨਤੀ ਕਰਨ ਵਾਸਤੇ ਯਾਦ ਕਰਾਉਣ ਆਇਆ ਹਾਂ। ਜਿਸ ਰਣ ਕੋ ਪਿਖ ਨਿਤ ਹਰ ਖਾਵੋ, ਤੇ ਮਹਾਰਾਜ ਜੰਗ ਯੁੱਧ ਨੂੰ ਵੇਖ ਕੇ ਮੈਨੂੰ ਬਹੁਤ ਭਾਰੀ ਖੁਸ਼ੀ ਹੁੰਦੀ ਹੈ। ਸੁਨ ਸਤਿਗੁਰ ਬੋਲ ਮੁਸਕਾਏ, ਸੁਣ ਕਰਕੇ ਸਤਿਗੁਰੂ ਜੀ ਮਹਾਰਾਜ ਮੁਸਕਰਾ ਕੇ ਬੋਲੇ। ਸਾਧ ਸੰਗਤ ਜੀ, ਜਦੋਂ ਆਪਾਂ ਦੀਨੇ ਇਸਲਾਮ ਦੀਆਂ ਕਿਤਾਬਾਂ ਪੜ੍ਹਦੇ ਆਂ, ਦੀਨੇ ਇਸਲਾਮ ਦੇ ਵਿੱਚ ਬਹੁਤ ਸਾਰੇ ਸਾਧ ਸੰਗਤ ਜੀ ਮਹਾਤਮਾ ਲੋਕ ਹੋਏ ਨੇ, ਜਿਹੜੇ ਰਾਜੇ ਵੀ ਹੋਏ ਹਨ, ਬੜੀ ਕਰਨੀ ਕਮਾਈ ਵਾਲੇ ਸੀਗੇ। ਪਰਮੇਸ਼ਰ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਸੀਗੀ ਕਿ ਉਹ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ। ਜਦੋਂ ਉਹਨਾਂ ਦੀ ਅਸੀਂ ਕਥਾ ਵਾਰਤਾ ਪੜ੍ਹਦੇ ਆਂ, ਕੋਈ ਨਾ ਕੋਈ ਫਰਿਸ਼ਤਾ ਸੋ ਆਇਆ ਹੋਇਆ ਗੈਬ ਦੇ ਵਿੱਚੋਂ ਉਹਨਾਂ ਨੂੰ ਆਣ ਕੇ ਸੰਦੇਸ਼ ਦਿੰਦਾ। ਐਸੀਆਂ ਬਹੁਤ ਸਾਰੀਆਂ ਕਥਾ ਕਹਾਣੀਆਂ ਨੇ, ਔਰ ਇਸੇ ਪ੍ਰਕਾਰ ਬਾਈਬਲ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਕਥਾ ਕਹਾਣੀਆਂ ਨੇ। ਫਿਰ ਸਨਾਤਨ ਵਿੱਚ, ਹਿੰਦੂਆਂ ਦੇ ਵਿੱਚ ਤੇ ਸਾਧ ਸੰਗਤ ਜੀ ਇੱਕ ਪੁਰਾਣ ਹੀ ਆ, ਉਹਨੂੰ ਭਵਿੱਖਤ ਪੁਰਾਣ ਕਹਿੰਦੇ ਨੇ। ਔਰ ਹਰੇਕ ਮਹਾਤਮਾ ਧਰਮਾਤਮਾ ਦੇ ਨਾਲ ਐਸੀ ਕਥਾ ਕਹਾਣੀ ਜੁੜੀ ਹੋਈ ਹੈ। ਇਹ ਧਰਮ ਦੀ ਦੁਨੀਆ ਦਾ ਰਹੱਸ ਹੈ ਸਾਧ ਸੰਗਤ ਜੀ। ਤੇ ਸਤਿਗੁਰੂ ਜੀ ਮਾਨ ਨੇ ਇਸ ਮਰਜ਼ਾਦਾ ਨੂੰ ਕਰਵਟ ਦੇਣੀ, ਜੰਗ ਯੁੱਧ ਕਰਨੇ, ਇਹ ਸਾਧ ਸੰਗਤ ਜੀ ਇਸ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਣਾ ਵੀ ਕਿਸੇ ਸਾਧ ਸੰਗਤ ਜੀ ਫਕੀਰ ਨੇ ਜੰਗ ਯੁੱਧ ਕਰਨੇ ਹੋਣ, ਕਿਸੇ ਧਰਮ ਗੁਰੂ ਨੇ ਜੰਗ ਯੁੱਧ ਕਰਨੇ ਹੋਣ, ਤੇ ਮਨੁੱਖ ਦਾ ਦੇ ਗਲ ਵਿੱਚ ਪਿਆ ਹੋਇਆ ਗੁਲਾਮੀ ਦਾ ਜੂਲਾ ਉਤਾਰਨਾ ਹੋਵੇ। ਨਿਸ਼ਚੈ ਹੀ ਇਹ ਸਾਰੀਆਂ ਦਰਗਾਹੀ ਖੇਡਾਂ ਹਨ। ਜਿਵੇਂ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਸਨਾਤਨ ਸਾਹਿਬ ਦੇ ਬਹੁਤ ਵੱਡੇ ਗਿਆਤਾ ਸਨ, ਤੇ ਨਾਰਦ ਮੁਨੀ ਦਾ ਜ਼ਿਕਰ ਆਉਂਦਾ। ਜੇ ਦੀਨੇ ਇਸਲਾਮ ਦੇ ਗਿਆਤਾ ਹੁੰਦੇ ਤੇ ਕਿਸੇ ਫਰਿਸ਼ਤੇ ਦਾ ਜ਼ਿਕਰ ਆਉਂਦਾ, ਲੇਕਿਨ ਆਉਂਦਾ ਜ਼ਰੂਰ ਸਾਧ ਸੰਗਤ ਜੀ। ਇਸ ਕਰਕੇ ਨਾਮ ਜਿਹੜੇ ਨੇ ਉਹ ਗੌਣ ਹਨ, ਕਾਮ ਜੋ ਹਨ ਉਹ ਮਹੱਤਵ ਸਾਧ ਸੰਗਤ ਜੀ ਰੱਖਦੇ ਹਨ। ਇਸ ਪ੍ਰਕਾਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚੌਧਰੀ ਪ੍ਰੀਤਮ ਸਤਿਗੁਰੂ, ਸਤਿਗੁਰਾਂ ਨੇ ਜਿਸ ਵੇਲੇ ਬੇਨਤੀ ਸੁਣੀ ਨਾਰਦ ਮੁਨ ਦੀ, ਸੁਣ ਸਤਿਗੁਰ ਬੋਲ ਉਸ ਮੁਸਕਾਏ, ਵੇਲੇ ਮਹਾਰਾਜ ਮੁਸਕਰਾ ਕੇ ਫਰਮਾਇਆ, ਮੁਖ ਤੋਂ ਕੀ ਫਰਮਾਇਆ? ਇਕ ਹੋ ਜੁਦ ਅਬ ਭਿਟਨ ਮਹਾਰਾਜ ਅਗਾਏ, ਕਹਿੰਦੇ ਨਾਰਦ ਮੁਨ ਜੀ ਫਿਕਰ ਨਾ ਕਰੋ, ਹੁਣ ਵੇਖਿਓ ਸਹੀ, ਰੱਜ ਜਾਓਗੇ ਤੁਸੀਂ ਯੁੱਧ ਵੇਖ ਵੇਖ ਕੇ। ਰਹੇ ਅਲਪ ਦਿਨ ਦੇਰ ਨ ਕੋਈ, ਜਾਂ ਥੋੜੇ ਦਿਨ ਰਹਿ ਗਏ ਨੇ, ਕੋਈ ਦੇਰੀ ਨਹੀਂ ਹੈ। ਮਚ ਹੈ ਲੋਹ ਗਾੜੋ ਇਸ ਦਿਸ ਦੋਈ, ਔਰ ਕਿਹਾ ਕਿ ਬਹੁਤ ਵੱਡਾ ਭਾਰੀ ਲੋਹੇ ਤੇ ਲੋਹਾ ਵੱਜੇਗਾ, ਸ਼ਸਤਰ ਖੜਕਣਗੇ। ਤੁਝ ਕੋ ਰਹੇ ਉਡੀਕਤ ਆਗੇ, ਔਰ ਕਿਹਾ ਕਿ ਅਸੀਂ ਤੈਨੂੰ ਪਹਿਲਾਂ ਹੀ ਉਡੀਕਦੇ ਰਹੇ। ਨਾਰਦ ਆਵਹਿ ਕਲਹ ਜਾਗੇ, ਤੇ ਨਾਰਦ ਮੁਨੇ ਆਵੇ ਤਾਂ ਕਲੇਸ਼ ਜਾਗੇ। ਕਲੀ ਕਾਲ ਕੋ ਜੰਗ ਅਖਾਰਾ, ਔਰ ਕਿਹਾ ਕਿ ਕਲਯੁਗ ਦੇ ਜ਼ਮਾਨੇ ਦਾ ਸਭ ਤੋਂ ਵੱਡਾ ਅਖਾੜਾ ਜੰਗ ਹੋਵੇਗਾ। ਕਰ ਦਿਖਰਬ ਸ਼ਤਰੂ ਸੰਘਾਰਾ, ਉਹ ਕਰਕੇ ਦਿਖਾਵਾਂਗੇ ਜਿਹੜੇ ਲੋਕ ਰਾਜੇ ਰਿਸ਼ਵਤੀ ਨੇ, ਔਰ ਇਸੇ ਪ੍ਰਕਾਰ ਗਰੀਬਾਂ ਮਜ਼ਲੂਮਾਂ ਦੇ ਨਾਲ ਧੱਕੇ ਜਬਰੀਆਂ ਕਰਦੇ ਨੇ, ਉਹ ਸਾਰੇ ਰੋਕ ਦਿਆਂਗੇ। ਅਬ ਤੇ ਜਾਗਾ ਜੁੱਧ ਬਡੇਰਾ, ਔਰ ਕਿਹਾ ਕਿ ਹੁਣ ਤੋਂ ਬਾਅਦ ਹੀ ਬਹੁਤ ਵੱਡਾ ਯੁੱਧ ਜਾਗੇਗਾ। ਬੋਹਰ ਕਰੈ ਰਣ ਪੋਤਰ ਜੋ ਮੇਰਾ, ਔਰ ਕਿਹਾ ਕਿ ਫਿਰ ਮੇਰੇ ਤੋਂ ਬਾਅਦ ਮੇਰਾ ਪੋਤਰਾ ਧੰਨ ਸ੍ਰੀ ਗੁਰੂ ਪਿਆਰੇ ਗੁਰੂ ਜਗਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚੌਧਰੀ ਪ੍ਰੀਤਮ ਸਤਿਗੁਰੂ, ਜਿਨ੍ਹਾਂ ਦੀ ਗੋਦ ਵਿੱਚ ਆਪ ਜੀ ਬੈਠੇ ਆ। ਮਾਨ ਨੇ ਭਵਿੱਖ ਦਾ ਵਚਨ ਕੀਤਾ ਕਿ ਸਾਡੇ ਉਪਰੰਤ ਉਹ ਜੰਗ ਯੁੱਧ ਮਚਾਉਣਗੇ। ਰੁੰਡ ਮੁੰਡ ਰਣ ਥਲ ਵਿਥਰਾਵੈ, ਜਿੱਥੇ ਦੇਖੋਗੇ ਰੁੰਡ ਮੁੰਡ ਧੜ ਵੱਖਰੇ, ਸਿਰ ਵੱਖਰੇ, ਬਾਹਾਂ ਕੱਟੀਆਂ, ਤੜਫਦੇ ਹੋਏ ਪਾਪੀ ਤੁਹਾਨੂੰ ਦਿਖਣਗੇ। ਜੋਗਨ ਗਿਰਜਨ ਰੁਦਰ ਅਗਾਵੈ, ਗਿਰਜਾਂ, ਇੱਲਾਂ, ਬਾਜ ਇਤਿਆਦਿਕ, ਗਿੱਦੜ, ਔਰ ਇਹ ਜੋ ਮਾਂਸਾਹਾਰੀ ਜੀਵ ਹਨ, ਇਹ ਤ੍ਰਿਪਤ ਹੋ ਜਾਣਗੇ ਇੱਕ ਵਾਰ। ਉਨ ਬੜ ਪੰਥ ਖਾਲਸਾ ਗਰਜੇ, ਉਸ ਤੋਂ ਬਾਅਦ ਫਿਰ ਖਾਲਸਾ ਪੰਥ ਸਾਡਾ ਗਰਜੇਗਾ। ਤੇਜ ਤੁਰਕ ਕੋ ਤਰਜਤ ਬਰਜੇ, ਔਰ ਇਹਨਾਂ ਮੁਗਲਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਜਿਹੜੇ ਸ਼ੁਰੂ ਹੋਏ ਨੇ ਚੰਗੇਜ਼ ਖਾਨ ਤੋਂ, ਹਲਾਕੂ ਇਤਿਆਦਿਕ ਤੋਂ, ਇਹਨਾਂ ਦਾ ਤੇਜ ਪ੍ਰਤਾਪ ਵੀ ਖਤਮ ਕਰ ਦਿਆਂਗੇ। ਸਾਧ ਸੰਗਤ ਜੀ ਮਹਾਰਾਜ ਦੇ ਭਵਿੱਖਤ ਵਾਕ ਨੇ। ਕਿਤੇ ਸਾਧ ਸੰਗਤ ਜੀ ਮੁਗਲਾਂ ਦਾ ਇਤਿਹਾਸ ਪੜੋ। ਦਾਸ ਨੇ ਮੰਗੋਲਾਂ ਦਾ ਇਤਿਹਾਸ ਪੜਿਆ ਤੇ ਸੁੰਨ ਮੁੰਨ ਹੋ ਗਿਆ ਜੀ ਦਿਮਾਗ।
ਪੜ੍ਹ ਕੇ ਇੰਨੀ ਵੱਡੀ ਇਹ ਜਿਹੜੇ ਮੰਗੋਲ ਸੀਗੇ ਸ਼ੁਰੂ ਹੋਏ ਆ ਚੰਗੇਜ਼ ਖਾਨ ਤੋਂ। ਛੋਟਾ ਜਿਹਾ ਕਬੀਲਾ ਸੀ ਇਹਨਾਂ ਦਾ। ਚੰਗੇਜ਼ ਖਾਨ ਨੇ ਸਭ ਤੋਂ ਪਹਿਲਾਂ ਬਚਪਨ ਵਿੱਚ ਵਾਰ ਆਪਣੇ ਭਰਾ ਤੇ ਕੀਤਾ, ਭਰਾ ਮਾਰ ਛੱਡਿਆ ਸੀ ਇਹਨੇ ਨਿੱਕੀ ਜੀ ਸਾਧ ਸੰਗਤ ਦੀ ਜਿੱਦ ਤੋਂ। ਫਿਰ ਬੜਾ ਲੰਮਾ ਸਮਾਂ ਤੇ ਇਹਨੂੰ ਮਰਿਆ ਹੀ ਸਾਬਤ ਕਰਦੇ ਰਹੇ ਸੀਗੇ। ਚੰਗੇਜ਼ ਖਾਨ ਨੂੰ ਜੰਗਲਾਂ ਵਿੱਚ ਰਿਹਾ ਸੀ, ਔਰ ਜਿੱਥੇ ਜਾਂਦੇ ਸੀਗੇ ਸਿਰਾਂ ਦੀਆਂ ਵੱਡੀਆਂ ਵੱਡੀਆਂ ਬਣਾ ਕੇ ਸੋ ਅੰਬਾਰੀਆਂ ਤੇ ਖਿੱਦੋ ਖੇਡਦੇ ਸੀਗੇ। ਇਹ ਲੋਕਾਂ ਨੂੰ ਜਿਹੜੇ ਜਿੱਤਦੇ ਸੀਗੇ, ਜਿੱਤਣ ਦੀ ਭਾਵਨਾ ਨਾਲ ਨਹੀਂ ਸੀ ਜਿੱਤਦੇ, ਉਜਾੜਨ ਦੀ ਭਾਵਨਾ ਦੇ ਨਾਲ ਇਹ ਜਿੱਤਦੇ ਸੀਗੇ। ਇਹਨੇ ਕੁਝ ਸਮੇਂ ਵਿੱਚ ਸਭ ਤੋਂ ਪਹਿਲਾਂ ਚੀਨ ਨੂੰ ਜਿੱਤਿਆ, ਯੂਰਪ ਕਰੀਬਨ ਅੱਧੀ ਦੁਨੀਆ ਨੂੰ ਚੰਗੇਜ਼ ਖਾਨ ਨੇ ਜਿੱਤ ਲਿਆ ਸੀ। ਫਿਰ ਇਸ ਤੋਂ ਬਾਅਦ ਹਲਾਕੂ ਹੋਇਆ, ਫਿਰ ਹਿੰਦੁਸਤਾਨ ਵਿੱਚ ਬਾਬਰ ਦੇ ਰਾਹੀਂ ਆਏ, ਫਿਰ ਬਾਬਰ ਤੋਂ ਲੈ ਕੇ ਤੇ ਅਖੀਰ ਤੱਕ ਸਾਧ ਸੰਗਤ ਦੀ ਬਹਾਦਰ ਸ਼ਾਹ ਜ਼ਫਰ ਹੋਇਆ ਇਹਨਾਂ ਦਾ ਅਖੀਰਲਾ। ਹੁਣ ਤੁਸੀਂ ਜਾਣਨਾ ਹੋਵੇ ਕਿ ਬਾਬਰ ਦੀ ਸੰਤਾਨ ਔਰੰਗਜ਼ੇਬ ਦੀ ਚੰਗੇਜ਼ ਖਾਨ ਹਲਾਕੂ ਦੀ ਸੰਤਾਨ ਕਿੱਥੇ ਹੈ, ਤੇ ਸਾਧ ਸੰਗਤ ਜੀ ਆ ਕਲਕੱਤੇ ਵਿੱਚ ਰਹਿੰਦੀ ਹੈ। ਉਸ ਔਰਤ ਦਾ ਨਾਂ ਸੁਲਤਾਨਾ ਬੇਗਮ ਆ। ਉਹ ਅਕਾਲ ਤਖਤ ਸਾਹਿਬ ਤੇ ਵੀ ਆਈ ਸੀਗੇ, ਆਣ ਕੇ ਉੱਥੇ ਉਹ ਧਰਮੀ ਔਰਤ ਰੋਈ ਸੀ ਉੱਥੇ, ਤੇ ਲੋਕਾਂ ਨੂੰ ਕਹਿੰਦੇ ਸੀ ਇਹ ਗੁਰੂ ਨਾਨਕ ਦਾ ਘਰ ਦੇ ਮੱਥੇ ਨਾ ਲਾਓ ਇਹਨਾਂ ਦੇ ਨਾਲ। ਸਾਰੀ ਦੁਨੀਆ ਦੇ ਉੱਪਰ ਸਾਡਾ ਰਾਜ ਸੀ, ਸਾਰੀ ਦੁਨੀਆ ਦੇ ਉੱਪਰ। ਅੱਜ ਸਾਡੇ ਨਿੱਕੇ ਨਿੱਕੇ ਨਿਆਣੇ ਢਾਬਿਆਂ ਦੇ ਉੱਪਰ, ਟੀ ਸਟਾਲਾਂ ਦੇ ਉੱਪਰ ਕੱਚ ਦੀਆਂ ਜੂਠੀਆਂ ਗਲਾਸੀਆਂ ਮਾਂਜ ਕੇ ਆਪਣਾ ਢਿੱਡ ਭਰਦੇ ਨੇ। ਇਹ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਨਾ ਲਾਓ। ਸਾਧ ਸੰਗਤ ਜੀ ਰੋਂਦੀ ਫਿਰਦੀ ਸੀ, ਉਹਦਾ ਨਾਂ ਸੁਲਤਾਨਾ ਬੇਗਮ ਹੈ, ਅਜੇ ਵੀ ਜਿੰਦੀ ਜਾਗਦੀ ਹੈ। ਉਹਦਾ ਇਤਿਹਾਸ ਵੀ ਪੜ੍ਹ ਸਕਦੇ ਹੋ, ਉਹਦੇ ਇੰਟਰਵਿਊ YouTube ਤੇ ਤੁਸੀਂ ਸੁਣ ਸਕਦੇ ਆ। ਸਾਧ ਸੰਗਤ ਜੀ ਕਿਤੇ ਉਹਦਾ ਸ਼ੁਰੂਆਤ ਪੜ੍ਹੋ ਮੰਗੋਲਾਂ ਦੀ, ਤੇ ਅੰਤ ਦੇਖੋ ਉਹਨਾਂ ਦਾ ਕਿਵੇਂ ਹੋਇਆ ਤੇ ਕੀਤਾ ਖਾਲਸੇ ਨੇ ਹੈ। ਤੋ ਇਸੇ ਪ੍ਰਕਾਰ ਇਹ ਮਹਾਰਾਜ ਦੇ ਭਵਿੱਖਤ ਵਾਕ ਨੇ 10ਵੇਂ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਦੇ। ਇੱਕ ਇੱਕ ਵਚਨ ਸਾਧ ਸੰਗਤ ਜੀ ਸੱਚ ਹੋਣੇ ਜੇ, ਇੱਕ ਇੱਕ ਵਚਨ ਸਿੱਧਕ ਰੱਖੋ। ਸਤਿਗੁਰਾਂ ਦੀ ਬਾਣੀ ਪੜੋ, ਨਿਤਨੇਮੀ ਹੋਵੋ, ਕ੍ਰਿਤਾਂ ਦਾ ਤਿਆਗ ਕਰੋ, ਸ਼ਸਤਰਧਾਰੀ ਹੋਵੋ, 5 ਕਕਾਰਾਂ ਦੇ ਪਰਪੱਕ ਨਿਤਨੇਮੀ ਹੋਵੋ, ਨਿਤਨੇਮ ਕਦੇ ਨਾ ਛੱਡੋ, ਮਹਾਰਾਜ ਦੇ ਉੱਪਰ ਸਿੱਧਕ ਰੱਖੋ। ਜੋ ਗੁਰੂ ਕੀਆਂ ਪਰੰਪਰਾਵਾਂ ਪੁਰਾਤਨ ਸਨਾਤਨ ਮਰਜ਼ਾਦਾਵਾਂ ਚੱਲੀਆਂ ਹੁੰਦੀਆਂ ਨੇ, ਭੁੱਲ ਕੇ ਵੀ ਉਹਦੇ ਤੇ ਤਰਕ ਨਾ ਕਰੋ। ਇਹ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੀਆਂ ਬਣਾਈਆਂ ਇੱਕ ਇੱਕ ਸਾਧ ਸੰਗਤ ਜੀ ਗੁਰੂ ਕੀ ਪਰੰਪਰਾ। ਗੁਰੂ ਕੇ ਤਖਤਾਂ ਦਾ ਸਨਮਾਨ ਕਰੋ, ਗੁਰੂ ਕੀਆਂ ਬਣਾਈਆਂ ਹੋਈਆਂ ਬੌਲੀਆਂ, ਸਰੋਵਰ, ਝੰਡੇ, ਬੁੰਗੇ, ਇਹ ਸਤਿਗੁਰਾਂ ਦੀਆਂ ਨਿਆਮਤਾਂ ਨੇ। ਇਹ ਦੁਬਾਰਾ ਸਾਧ ਸੰਗਤ ਜੀ ਫਲੀਭੂਤ ਹੋਣੀਆਂ ਹਨ। ਇਹ ਗਰੀਬ ਨਿਵਾਜ ਮਹਾਰਾਜ ਜੀ ਦੇ ਬਚਨ ਅਟਲ ਅਤੇ ਅਮਰ ਅਡੋਲ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਜੰਗ ਜੁੱਧ ਕਰਾਂਗੇ, ਸਾਡਾ ਪੋਤਰਾ ਕਰੇਗਾ, ਗੱਲ ਖਤਮ ਨਹੀਂ ਹੋਵੇਗੀ। ਅੱਗੇ ਸਾਡਾ ਖਾਲਸਾ ਪੰਥ ਵੀ ਬੜਾ ਜੰਗ ਜੁੱਧ ਮਚਾਵੇਗਾ। ਦੇਖਤ ਰਹੀਐ ਜੰਗ ਕਨੇਰੇ, ਫਿਕਰ ਨਾ ਕਰੋ, ਦੇਖਦੇ ਰਹਿਓ। ਅਬ ਤੇ ਚਿਰ ਰਹਿ ਚਿਰ ਬੇਰੇ, ਹੁਣ ਤੋਂ ਛੜੇਗਾ ਜੰਗ, ਚਿਰ ਕਾਲ ਤੱਕ ਰਹੇਗਾ। ਸੁਨ ਨਾਰਦ ਆਨੰਦਤ ਹੋਵਾ, ਨਾਰਦ ਸੁਣ ਕੇ ਖੁਸ਼ ਹੋਇਆ। ਨਮੋ ਕਰਤ ਉਠ ਤਬ ਹੈ ਖਰੋਵਾ, ਫਿਰ ਨਮਸਕਾਰ ਕੀਤੀ ਖੜਾ ਹੋ ਗਿਆ। ਗਮਨਿਓ ਸੁਰਪੁਰ ਸੁਰਨ ਮਝਾਰਾ, ਉਸ ਵੇਲੇ ਸੁਰਪੁਰੀ ਗਿਆ ਦੇਵਤਿਆਂ ਦੇ ਵਿੱਚ। ਗੁਰ ਪ੍ਰਸਾਦ ਤੈ ਸਰਬ ਉਚਾਰਾ, ਮਹਾਰਾਜ ਦਾ ਸਾਰਾ ਪ੍ਰਸੰਗ ਸੁਣਾਇਆ। ਦੇਵਤਿਆਂ ਨੇ ਨਮਸਕਾਰਾਂ ਕੀਤੀਆਂ ਕਿ ਤੂੰ ਗੁਰੂ ਕਾ ਦਰਸ਼ਨ ਪਾ ਕੇ ਆਇਆ ਭਾਈ। ਜੋ ਨਿਸ ਦਿਨ ਸਤ ਗੁਰੂ ਬਿਤਾਏ, ਉਹ ਦਿਨ ਮਹਾਰਾਜ ਨੇ ਬਤੀਤ ਕੀਤਾ। ਫਿਰ ਸੁਪਟ ਹਕਾਰੇ ਨਿਕਟ ਬਿਠਾਏ, ਸੂਰਮਿਆਂ ਨੂੰ ਆਪਣੇ ਕੋਲ ਬੁਲਾਇਆ ਅਗਲੇ ਦਿਨ। ਕਰੀ ਨਦਰ ਮੈਂ ਸਗਰੀ ਸੈਨਾ, ਸਾਰੀ ਸੈਨਾ ਦੇ ਉੱਪਰ ਨਜ਼ਰ ਫੇਰੀ ਹੈ। ਦਿਏ ਸ਼ਸਤਰ ਜੋ ਜਿਸ ਟਿਕ ਹਵੈ ਨਾ, ਜਿਹਦੇ ਕੋਲ ਸ਼ਸਤਰ ਨਹੀਂ ਸੀ ਉਹਨੂੰ ਸ਼ਸਤਰ ਦਿੱਤੇ ਹਨ। ਬਖਸ਼ੇ ਤੇ ਕੇ ਖੜਗ ਦੁਤਾਰੇ, ਅੱਗੇ ਦੁਤਾਰੇ ਖੰਡੇ ਦਿੱਤੇ ਹਨ। ਦਰਮਿਆਨੀ ਚੋਰੇ ਚੜਵਾਰੇ, ਔਰ ਇਸੇ ਪ੍ਰਕਾਰ ਮਹਾਰਾਜ ਦੀ ਆਗਿਆ ਨੂੰ ਪਾ ਕੇ ਜਿਹੜੇ ਗੁਰੂ ਕੇ ਗੁਰਸਿੱਖ ਸੀਗੇ ਉਹਨਾਂ ਨੇ ਮਿਆਨਾਂ ਦੇ ਵਿੱਚ ਬੜੇ ਬੜੇ ਚੌੜੇ ਜਿਹੜੇ ਖੰਡੇ ਨੇ ਸਜਾ ਲਏ ਹਨ। ਸੈਫ ਸਰੋਹੀ ਜਾਤ ਜੁਨਬੀ, ਸੈਫਾਂ ਸਰੋਹੀਆਂ ਜਨਾਬ ਸ਼ਹਿਰ ਦੀਆਂ ਬਣੀਆਂ ਤਲਵਾਰਾਂ। ਮਹਿਦ ਫੁਲਾ ਦੀ ਤੇਜ ਹੁਲਬੀ, ਇਹ ਹਲਬ ਸ਼ਹਿਰ ਸਾਧ ਸੰਗਤ ਜੀ ਤੁਰਕੜਿਆਂ ਦਾ ਸ਼ਹਿਰ, ਜਿੱਥੋਂ ਦੀਆਂ ਬਣਾਈਆਂ ਤਲਵਾਰਾਂ ਲੋਹੇ ਨੂੰ ਵੱਢਣ ਦੀਆਂ ਸਮਰੱਥਾਂ ਰੱਖਦੀਆਂ ਨੇ। ਹਲਬ ਦੀ ਬਣੀ ਹੋਈ ਤਲਵਾਰ ਸਾਧ ਸੰਗਤ ਜੀ ਕੋਈ ਵਿਰਲਾ ਹੀ ਲੈਂਦਾ ਸੀਗਾ। ਤੋ ਇਸੇ ਪ੍ਰਕਾਰ ਉਹ ਹਲਬ ਦੀਆਂ, ਹਲਪ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ, ਅੱਜ ਵੀ ਉਹ ਸ਼ਹਿਰ ਜਿੰਦਾ ਜਾਗਦਾ ਮੁਸਲਮਾਨਾਂ ਦਾ। ਬੜੀ ਉੱਥੇ ਵੱਡੀ ਰਾਜਧਾਨੀ ਵੀ ਰਹੀ ਹੈ ਚੰਗੇਜ਼ ਖਾਨ ਤੋਂ ਬਾਅਦ। ਦਾਸ ਨੇ ਉੱਥੋਂ ਦਾ ਵੀ ਥੋੜਾ ਇਤਿਹਾਸ ਵੇਖਿਆ ਸੀ। ਤੋ ਇਸੇ ਪ੍ਰਕਾਰ
ਉਹ ਸ਼ਹਿਰ ਦੀਆਂ ਬਣੀਆਂ ਹੋਈਆਂ ਮਹਿੰਗੀਆਂ ਤਲਵਾਰਾਂ ਫੌਲਾਦ ਦੀਆਂ, ਖੰਡੇ ਵੱਡੇ ਪ੍ਰਚੰਡ ਉਠਾਏ, ਵੱਡੇ ਵੱਡੇ ਖੰਡੇ ਉਠਾਏ ਹਨ ਮਹਾਰਾਜ ਜੀ ਨੇ। ਗੁਜਰਾਤੀ ਸੂਰਤ ਸਮੁਦਾਏ, ਗੁਜਰਾਤ ਦੇ ਸੂਰਤ ਸ਼ਹਿਰ ਦੇ ਬਣੇ ਹੋਏ ਸ਼ਸਤਰ, ਕਰਕਤ ਮਹਤ ਫੰਗਨ ਗਨ ਕੋ, ਕੜਕਦੀਆਂ ਹੋਈਆਂ ਬੰਦੂਕਾਂ ਹਿੱਕ ਪਾੜ ਕੇ ਲੰਘਣ ਵਾਲੀਆਂ, ਕੰਚਨ ਲਿਪਤ ਦਈ ਸੁਪਟਨ ਕੋ, ਔਰ ਉਹ ਬੰਦੂਕਾਂ ਜਿਨ੍ਹਾਂ ਦੀ ਜੜਤਕਾਰੀ ਜਿਨ੍ਹਾਂ ਤੇ ਕੀਤੀ ਹੋਈ ਸੋਨੇ ਦੀ ਮਹਿੰਗੀਆਂ ਉਹ ਬੰਦੂਕਾਂ ਸੂਰਮਿਆਂ ਨੂੰ ਦਿੱਤੀਆਂ ਹਨ। ਇੱਕ ਲਾਂਬੀ ਗੁਲਕਾਂ ਜਿਸ ਕੇਰੀ, ਤੇ ਇੱਕ ਉਹਦੇ ਵਿੱਚ ਲੰਬੀ ਗੋਲੀ ਪੈਂਦੀ ਹੈ, ਅਧਿਕ ਦੂਰ ਤੇ ਮਾਰਤ ਤੇ ਬੈਰੀ, ਬੜੀ ਦੂਰ ਤੱਕ ਉਹ ਦੁਸ਼ਮਣ ਦੀ ਹਿੱਕ ਚੀਰ ਦਿੰਦੀ ਹੈ। ਅਲਪ ਮੰਦ ਕੈ ਬਲ ਬੜ ਜੰਜੈਲ, ਔਰ ਛੋਟੀਆਂ ਵੱਡੀਆਂ ਜਿਹੜੀਆਂ ਬੰਦੂਕਾਂ ਹਨ, ਗਹੇ ਤਮਾਚੇ ਰਣ ਕੇ ਛੈਲ, ਔਰ ਇਸੇ ਪ੍ਰਕਾਰ ਤਮਾਚੇ ਜਿਹੜੇ ਸਾਧ ਸੰਗਤ ਜੀ ਜਿਹਨੂੰ ਪਿਸਟਲ ਇਤਿਆਦਿਕ ਛੋਟਾ ਹਥਿਆਰ ਹੁੰਦਾ ਸੀ ਪਹਿਲਾਂ, ਇਹ ਵੀ ਵਾਢਾਕਾਰੀ ਹੁੰਦੇ ਸਨ, ਉਹ ਤਮਾਚੇ ਵੀ ਬਖਸ਼ੇ ਹਨ। ਤੋਮਰ ਬਰਛੀ ਸਾਂਗ ਵਿਸਾਲਾ, ਔਰ ਤੋਮਰ ਬਰਛੀਆਂ ਵੱਡੇ ਅਤੇ ਛੋਟੇ ਬਰਛੇ, ਇਨਹੁ ਧਨੁਖਲੇ ਤੀਰਨ ਜਾਲਾ, ਔਰ ਇਸੇ ਪ੍ਰਕਾਰ ਕਿਸੇ ਨੇ ਧਨੁਸ਼ ਲਿਆ ਮਹਾਰਾਜ ਦੇ ਪਾਸੋਂ, ਕਿਸੇ ਨੇ ਵੱਡੇ ਭਾਰੀ ਤੀਰ ਲਏ ਹਨ। ਗੁਲਕਾਂ ਬਹੁ ਬਰੂਦ ਪਰਦੀਨ, ਤੇ ਗੋਲੀਆਂ ਤੇ ਬਰੂਦ ਸਿੱਕਾ ਮਾਨ ਨੇ ਖੁੱਲਾ ਵੰਡਿਆ ਹੈ। ਗਨ ਜੋ ਧਨ ਜਮਾ ਕਰ ਲੀਨ, ਔਰ ਸੂਰਮਿਆਂ ਨੇ ਲੈ ਲੈ ਕੇ ਆਪਣੇ ਖਜ਼ਾਨਿਆਂ ਵਿੱਚ ਪਾ ਕੇ ਵਸਤੂਆਂ ਜਮ੍ਹਾਂ ਕਰ ਲਈਆਂ ਹਨ। ਖਰੇ ਤਬੇਲਾ ਵਿਖੈ ਤੁਰੰਗ, ਤੇ ਤਬੇਲੇ ਵਿੱਚ ਸੋਹਣੇ ਘੋੜੇ ਅਰਬ ਦੇ ਬਣੇ ਹੋਏ, ਕਰੇ ਸਜਾਵਨ ਜੀਨਨ ਸੰਗ, ਔਰ ਸਜਾਏ ਨੇ ਬੜੇ ਐਨ ਸੋਹਣੇ ਕੱਦ ਕਾਠ ਵਾਲੇ ਵਧੀਆ ਚੰਗੀ ਨਸਲ ਦੇ, ਥੱਕਣ ਨਾ ਆਕਣ ਨਾ, ਔਰ ਮੈਦਾਨੇ ਜੰਗ ਨੂੰ ਵੇਖ ਕੇ ਅੱਡੀਆਂ ਮਾਰਨ ਖੁਰ ਮਾਰਨ, ਜਿਨ੍ਹਾਂ ਨੂੰ ਖੁਸ਼ੀ ਹੋ ਜਾਂਦੀ ਹੈ ਮੈਦਾਨੇ ਜੰਗ ਦੇਖ ਕੇ, ਜਿਨ੍ਹਾਂ ਦੀ ਨਸਲ ਹੀ ਇਸ ਤਰ੍ਹਾਂ ਦੀ ਸਾਧ ਸੰਗਤ ਜੀ ਬਣੀ ਹੋਈ ਹੈ। ਉਹ ਸੋਹਣੇ ਜਿਹੜੇ ਘੋੜੇ ਹਨ ਜਿਨ੍ਹਾਂ ਦੇ ਉੱਪਰ ਜੀਨਾਂ ਪਈਆਂ ਹੋਈਆਂ ਨੇ ਸੋਨੇ ਦੀਆਂ ਜੜਤਕਾਰ, ਜਿਸ ਦਿਗਨੈ ਤਿਸ ਕੋ ਤਬਦੀਨਾ, ਜਿਹਦੇ ਕੋਲ ਘੋੜਾ ਨਹੀਂ ਸੀ ਉਹਨੂੰ ਮਾਨ ਨੇ ਘੋੜਾ ਬਖਸ਼ਿਆ ਹੈ। ਫੇਰ ਤਸੂਰ ਅਰੂਢ ਪ੍ਰਵੀਨਾ, ਉਹ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਉਧਰ ਉਧਰ ਫਿਰਦੇ ਹਨ, ਅੱਜ ਪੂਰੇ ਜੋਸ਼ ਵਿੱਚ ਹਨ ਗੁਰੂ ਕੇ ਸਿੰਘ। ਕਰੈ ਸਿਕਾਰ ਬਿਰਤ ਸਮੁਦਾਏ, ਸ਼ਿਕਾਰ ਪ੍ਰੀਤੀ ਕਰਦੇ ਨੇ ਸੂਰਮੇ, ਤਿਆਰ ਬਰ ਤਿਆਰ ਹੁੰਦੇ ਹਨ। ਰਹੋ ਤਿਆਰ ਨਿਜ ਸਾਜ ਬਣਾਏ, ਤੇ ਮਹਾਰਾਜ ਨੇ ਸਾਰਿਆਂ ਨੂੰ ਕਹਾ ਭਾਈ ਤਿਆਰ ਬਰ ਤਿਆਰ ਰਹੋ, ਹੁਣ ਵਕਤ ਆ ਗਿਆ ਹੈ। ਇਮ ਸਤਿਗੁਰ ਸਭ ਸਨ ਕਹਿ ਦੀਨਾ, ਇਸ ਤਰ੍ਹਾਂ ਮਾਨ ਨੇ ਸਾਰਿਆਂ ਦੇ ਤਾਈਂ ਕਹਿ ਕੇ ਸੁਚੇਤ ਕਰਿਆ। ਚਲਹਿ ਦੂਰ ਕਿਤ ਸੁਭਟਨ ਚੀਨਾ, ਔਰ ਗਰੀਬ ਨਵਾਜ ਮਹਾਰਾਜ ਦਾ ਇਸ਼ਾਰਾ ਜਾਣਿਆ ਸੂਰਮਿਆਂ ਨੇ ਕਿ ਹੁਣ ਕੁਛ ਨਾ ਕੁਛ ਜ਼ਰੂਰ ਹੋਵੇਗਾ, ਜਾਂ ਮਹਾਰਾਜ ਦੂਰ ਜਾਣਗੇ। ਵਿਆਹ ਕਰਨ ਕੀ ਦੇਰ ਲਖੀਜੈ, ਇਹ ਜਾਣਿਆ ਕਿ ਹੁਣ ਤੇ ਬੀਬੀ ਵੀਰੋ ਜੀ ਸਾਹਿਬ ਜੀ ਦੇ ਵਿਆਹ ਦੀ ਦੇਰੀ ਹੈ ਬਸ। ਗੁਰੂ ਚੜੈ ਕਿਤ ਦੂਰ ਜਨੀਜੈ, ਉਸ ਤੋਂ ਬਾਅਦ ਕੋਈ ਦੂਰ ਦੀ ਗੱਲ ਹੋਵੇਗੀ। ਤਿਆਰੀ ਕਰੀ ਚਮੂ ਕੀ ਕਨੀ, ਉਸ ਵੇਲੇ ਫੌਜ ਦੀ ਬਹੁਤ ਵੱਡੀ ਤਿਆਰੀ ਹੋ ਗਈ। ਨਹਿ ਆਗ ਕਬਹੂ ਇਮ ਬਨੀ, ਇਸ ਤਰ੍ਹਾਂ ਦੀ ਤਿਆਰੀ ਕਦੇ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਸੀ ਦੇਖੀ ਗਈ। ਇਮ ਜੋਧਾ ਮਿਲ ਆਪ ਇਸ ਸਮਾਹੀ, ਤਰ੍ਹਾਂ ਸੂਰਮੇ ਜੋ ਹਨ ਮਿਲ ਕੇ ਆਪਸ ਵਿੱਚ ਮਨ ਅਨੁਮਾਨ ਕਰਹਿ ਵਿਦਵਾਹੀ, ਤੇ ਆਪਸ ਵਿੱਚ ਇਹ ਮਿਲ ਕੇ ਕਈ ਤਰ੍ਹਾਂ ਦੇ ਅਨੁਮਾਨ ਲਗਾਉਂਦੇ ਹਨ। ਖੇਤ ਵਿਆਹ ਕੇ ਚਰੇ ਕਰਾਹੇ, ਉਧਰ ਵਿਆਹ ਦੇ ਵਾਸਤੇ ਕੜਾਏ ਜਿਹੜੇ ਨੇ ਚੜ ਗਏ, ਹਲਵਾਈ ਤਿਆਰ ਹੋ ਗਏ। ਗਨ ਪਕਵਾਨ ਪਕਹਿ ਕਰ ਪਵਾਹੇ, ਗੁਰੂ ਘਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਪੱਕਦੇ ਹਨ। ਮੋਦਕ ਨੁਕਦੀ ਖੁਰਮੇ ਬਰੇ, ਔਰ ਲੱਡੂ ਨੁਕਦੀ ਖੁਰਮੇ ਇਤਿਆਦਿਕ ਤੇ ਬੜੇ ਇਤਿਆਦਿਕ, ਬ੍ਰਿੰਦ ਜਲੇ ਬਨੀਕ ਬਿਦ ਕਰੇ, ਔਰ ਕਈ ਤਰ੍ਹਾਂ ਦੇ ਮਿੱਠੇ ਲੂਣੇ ਇਤਿਆਦਿਕ ਜਲੇਬ ਜੋ ਹਨ ਨਾਨਾ ਪਾਉਂਦੇ। ਏਵਰ ਘਨੇ ਕਿਰਤ ਕੋ ਲਾਏ, ਕੇਵਰ ਇੱਕ ਮਠਿਆਈ ਹੁੰਦੀ ਜਿਹੜੀ ਘਿਓ ਦੇ ਨਾਲ ਤਿਆਰ ਹੁੰਦੀ ਹੈ ਉਹ, ਔਰ ਹੋਰ ਤਰ੍ਹਾਂ ਦੀ ਹੋਰ ਕਈ ਤਰ੍ਹਾਂ ਦੀ ਮਠਿਆਈ ਜੋ ਹੈ। ਕਰੇ ਵਿਸਾਲ ਸਿਤਾ ਬਹੁ ਪਾਏ, ਔਰ ਖਾਂਡੇ ਇਤਿਆਦਿਕ ਪਾ ਕੇ, ਸ਼ੱਕਰ ਇਤਿਆਦਿਕ ਪਾ ਕੇ, ਗੋੜੇ ਇਤਿਆਦਿਕ ਹਰ ਤਰ੍ਹਾਂ ਦਾ ਪਕਵਾਨ ਤਿਆਰ ਹੋ ਰਿਹਾ। ਕੌਣ ਕੌਣ ਗਿਣੀਐ ਪਕਵਾਨ, ਕਵੀ ਜੀ ਕਹਿੰਦੇ ਕਿਹੜਾ ਕਿਹੜਾ ਪਕਵਾਨ ਗਿਣੀਏ। ਕੋਸ਼ਟ ਭਰਤ ਜਤ ਸੁਚ ਥਾਨ, ਤੇ ਗਰੀਬ ਨਵਾਜ ਮਹਾਰਾਜ ਦੇ ਘਰ ਵਿੱਚ ਪਕਵਾਨ ਤਿਆਰ ਹੁੰਦੇ ਤੇ ਕੋਠੇ ਭਰ ਭਰ ਕੇ ਰੱਖੀ ਜਾਂਦੇ ਹਨ। ਜਬ ਕੀ ਗੰਗ ਪਰਲੋਕ ਪਧਾਰੀ, ਜਦੋਂ ਤੋਂ ਮਾਤਾ ਗੰਗਾ ਜੀ ਸਾਹਿਬ ਜੀ ਨੇ ਚਾਲਾ ਮਾਰਿਆ, ਸਭ ਦਮੋਦਰੀ ਕਾਰ ਸੰਭਾਰੀ, ਤੇ ਸਾਰੀ ਜ਼ਿੰਮੇਵਾਰੀ ਮਾਤਾ ਦਮੋਦਰੀ ਜੀ ਸਾਹਿਬ ਜੀ ਨੇ ਆਪਣੇ ਸਿਰ ਤੇ ਲਈ ਹੈ। ਦਾਸੀ ਦਾਸ ਆਦ ਨਰ ਘਰ ਕੇ, ਤੇ ਗੁਰੂ ਘਰ ਦੇ ਜਿਤਨੇ ਵੀ ਸੇਵਾਦਾਰ ਹਨ ਇਸ ਅਨੁਸਾਰ ਰਹਿ ਉਰ ਡਰ ਕੇ, ਮਾਤਾ ਦਮੋਦਰੀ ਜੀ ਸਾਹਿਬ ਜੀ ਦੇ ਅਨਸਾਰੀ ਹੋ ਕੇ ਚੱਲਦੇ ਹਨ। ਸਭ ਪਕਵਾਨ ਧਰਾਵਤ ਜਾਤੀ, ਇਸ ਤਰ੍ਹਾਂ ਮਾਤਾ ਦਮੋਦਰੀ ਜੀ ਸਾਹਿਬ ਬੀਬੀ ਵੀਰੋ ਜੀ ਦੇ ਵਿਆਹ ਵਾਸਤੇ ਤਿਆਰੀਆਂ ਕਰਦੇ, ਪਕਵਾਨ ਧਰਾਉਂਦੇ ਹਨ। ਜਾਣੈ ਖੈ ਬ੍ਰਿੰਦ ਬਰਾਤੀ, ਇਹ ਜਾਣਦੇ ਨੇ ਕਿ ਇਹ ਪਕਵਾਨ ਬਰਾਤੀ ਖਾਣਗੇ, ਪਰ ਪਤਾ ਨਹੀਂ ਇੱਥੇ ਤੇ ਯੁੱਧ ਮਚ ਜਾਣਾ ਹੈ। ਕਿਰਤ ਸਿਤਾ ਅਨ ਕਨੇਰੇ, ਔਰ ਘਿਓ ਖੰਡ ਔਰ ਅੰਨ ਸੁੱਕਾ ਅਨਾਜ ਜੋ ਹੈ, ਕਮੀ ਨਾ ਕਛ ਵਸਤੂ ਬਹੁ
ਤੇਰੇ ਜਿਨ੍ਹਾਂ ਦੀ ਗੁਰੂ ਘਰ ਵਿੱਚ ਕੋਈ ਕਮੀ ਨਹੀਂ ਹੈ। ਨਿਤ ਸੰਭਾਰਤ ਅਧਿਕ ਕਰਵਾਹੇ ਔਰ ਅਨੇਕਾਂ ਪ੍ਰਕਾਰ ਦੀ ਸੰਭਾਲ ਪਦਾਰਥਾਂ ਦੀ ਕਰਵਾਉਂਦੇ ਹਨ। ਬ੍ਰਿੰਦ ਮਨੁਜ ਸੁਭ ਪਾਕ ਬਣਾਵੇ ਬਹੁਤ ਸਾਰੇ ਹਲਵਾਈ ਇਕੱਠੇ ਹੋ ਕੇ ਸਾਧ ਸੰਗਤ ਜੀ ਪਕਵਾਨ ਤਿਆਰ ਕਰਦੇ। ਇੱਥੇ ਸਮਾਂ ਪੂਰਾ ਹੋਇਆ। ਇਹ ਸਾਧ ਸੰਗਤ ਜੀ 6ਵੀਂ ਰਾਸ ਦਾ ਜਿਹੜਾ ਦੂਸਰਾ ਅਧਿਆਇ ਪਹਿਲਾ ਅਧਿਆਇ ਹੈ, ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਸਾਧ ਸੰਗਤ ਜੀ ਪ੍ਰਾਰੰਭ ਹੋਇਆ। ਕੱਲ ਮਾਨਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਗੋਰੇ ਮਸਕੀਨ ਜੀ ਨਾਲ ਨੇ ਸਾਧ ਸੰਗਤ ਜੀ ਇਹ 6ਵੀਂ ਰਾਸ ਪ੍ਰਾਰੰਭ ਕੀਤੀ ਸੀ। ਅੱਜ ਸਿਹਤ ਥੋੜੀ ਜਿਹੀ ਉਹਨਾਂ ਦੀ ਨਾ ਸਾਜ ਸੀ, ਵੈਸੇ ਸਤਿਗੁਰਾਂ ਦੀ ਕਿਰਪਾ ਹੈ। ਸੋ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ 10ਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ। ਅੱਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੰਗ ਯੁੱਧ ਦੀ ਕਥਾ ਗਰੀਬ ਨਿਵਾਜ ਮਹਾਰਾਜ ਦੇ ਘਰ ਦੀ ਲੜੀਵਾਰ ਰੂਪ ਦੇ ਵਿੱਚ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਸਮੇਂ ਸਿਰ ਪੁੱਜ ਕੇ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਲਾਹਾ ਲਵਾਂਗੇ। ਸਤਿਗੁਰਾਂ ਦੀ ਕਥਾ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਤਰਤੀਬ ਦੇਵਾਂਗੇ ਤਾਂ ਕਿ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇ। ਕ੍ਰਿਤ ਸਿਤਾ ਅਨ ਅੰਨ ਕਨੇਰੇ ਕਵੀ ਨਾ ਕੁਛ ਵਸਤੂ ਬਹੁ ਤੇਰੇ ਨਿਤ ਸੰਭਾਰਤ ਅਧਿਕ ਕਰਾਵਹਿ ਬ੍ਰਿੰਦ ਮਨੁਜ ਸੁਭ ਪਾਕ ਬਣਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।